ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। करिए शुरू जी। ਹਾਂਜੀ ਨਿਜਰ ਸਾਹਿਬ ਜ਼ਰੂਰ। ਆਪਾਂ ਕਬੀਰ ਜੀ ਦੀ ਜਿਹੜੀ ਹੈਗੀ ਆ ਉਹਨਾਂ ਦੀ ਜਿਹੜੀ ਭੈਰੋ ਰਾਗ ਦੇ ਵਿੱਚ ਗਿਆਨ ਦੇ ਰਹੇ ਆ ਆਪਾਂ ਨੂੰ, ਉਸ 'ਚ ਅੱਗੇ ਵੱਧ ਰਹੇ ਹਾਂ। ਔਰ 1160 1161 ਅੰਕ ਤੇ ਸ਼ਬਦ ਜਾਏਗਾ ਇਹ, ਤੇ ਸੀਰੀਅਲ ਵਾਈਜ਼ ਜਿਹੜਾ ਹੈਗਾ ਕਬੀਰ ਜੀ ਦਾ 14ਵਾਂ ਸ਼ਬਦ ਲੈ ਰਹੇ ਹਾਂ। ਔਰ ਲੜੀ ਜਿਹੜੀ ਕਬੀਰ ਜੀ ਨੇ ਛੂਈ ਹੈ ਉਹਦਾ 6ਵਾਂ ਸ਼ਬਦ ਹੈਗਾ। ਔਰ ਇਹਦੇ ਵਿੱਚ ਕਬੀਰ ਜੀ ਜਿਹੜੇ ਹੈਗੇ ਮੁਕਤੀ ਗੱਲ ਕਰ ਰਹੇ ਆ, ਬਿਲਕੁਲ ਮੁਕਤ ਦੀ ਗੱਲ ਵੀ ਭਾਈ ਪਰਮਾਤਮਾ ਨੇ ਜਿਹੜੀ ਹੈਗੀ ਆ ਦੁਨੀਆ ਦੇ ਵਿੱਚ ਜਿਹੜੀ ਆਪਾਂ ਨੂੰ ਭੇਜਿਆ ਆ, ਮਾਲਕ ਦੇ ਅੰਦਰ ਹੀ ਮਾਲਕ ਜਿਹੜਾ ਆਪ ਹੀ, ਆਪਾਂ ਆਪਣੇ ਰੂਪ 'ਚ ਵੀ ਆਪਣੀ ਆਤਮਾ ਜਿਹੜੇ ਹੈਗੇ ਆਪਾਂ ਸਿਰਫ ਮਾਲਕ ਹੀ ਹੈਗੇ, ਬਾਕੀ ਸਾਰਾ ਤਾਂ ਫੈਬਰੀਕੇਟਡ ਹੈ, ਬਾਕੀ ਸਾਰਾ ਤਾਂ ਆਪਾਂ ਨੂੰ ਜਿਹੜਾ ਹੈਗਾ ਇਹ ਆਟਾ ਪੇਟਾ ਲਾਇਆ ਹੋਇਆ, ਬਾਕੀ ਮਾਲਕ ਪਰਮਾਤਮਾ ਨੇ। ਅਸਲੀ ਚੀਜ਼ ਤਾਂ ਜਿਹੜੀ ਆਪਣੇ ਅੰਦਰ ਜਿਹੜੀ ਹੈਗੀ ਉਹ ਮਾਲਕ ਹੀ ਹੈਗਾ, ਉਹਦੀ ਜੋਤ ਆ, ਉਹੀ ਆਪ ਹੀ ਹੈਗਾ ਮਾਲਕ ਪਰਮਾਤਮਾ। ਧਿਆਨ ਨਾਲ ਆਪਾਂ ਜੇ ਵਿਚਾਰਾਂਗੇ, ਜੇ ਇੱਥੇ ਤੱਕ ਮਾਲਕ ਬਸ ਜੇ ਪਹੁੰਚ ਗਏ ਤਾਂ ਇਹ ਗੱਲ ਬਣ ਜਾਣੀ ਹੈ। ਉਹਦਾ ਨੁਕਤਾ ਦੱਸ ਰਹੇ ਕਬੀਰ ਜੀ, ਇਨ ਸ਼ਾਰਟ ਦੱਸ ਰਹੇ ਕਬੀਰ ਜੀ, ਸਾਰਾਂਸ਼ ਬਿਲਕੁਲ ਜਿਹੜਾ ਹੈਗਾ ਬਈ ਕੀ ਪ੍ਰੋਬਲਮ ਹੈਗੀ ਆ, ਮੇਨ ਜਿਹੜੀ ਜੜ ਕੀ ਹੈਗੀ ਆ, ਔਰ ਕੀ ਕਰਨਾ ਹੈ ਤੂੰ, ਕਿੱਥੇ ਜਿਹੜਾ ਹੈਗਾ ਕਿੱਥੇ ਤੀਰ ਮਾਰਨਾ ਹੈ ਤੇ ਤੇਰੀ ਜਿਹੜੀ ਹੈਗੀ ਜਿੱਤ ਹੋ ਜਾਣੀ ਹੈ। जब लग मेरी मेरी करै तब लग काज एक नहीं सरै, जब मेरी मेरी मिट जाए तब प्रभ काज सवारें आए। गेम मालक ने पाई हुई आ, और मालक ने ਜਿਹੜਾ ਹੈਗਾ ਆਪਾਂ ਨੂੰ ਐਸੀ ਚਮਕਦਾਰ ਜਿਹੜੀ ਹੈਗੀ ਮਾਇਆ ਜਿਹੜੀ ਚਿਲ ਮਿਲ ਵਿਸਿਆਰ ਦੁਨੀਆ ਫਾਨੀ, ਕਾਲੂਬ ਅਕਲ ਮਨ ਗੌਰ ਨਾ ਮਾਨੀ। ਕਾਲੂਬ ਅਕਲ ਦਾ ਜਿਹੜਾ ਹੈਗਾ ਅਕਲ ਦਾ ਪੁਤਲੇ, ਇਹ ਅਕਲ ਦੇ ਪੁਤਲੇ, ਤੂੰ ਗੌਰ ਨਹੀਂ ਕਰ ਰਿਹਾ, ਤੈਨੂੰ ਪਤਾ ਨਹੀਂ ਤੂੰ ਕੌਣ ਆ, ਤੂੰ ਜਿਹਨੂੰ ਸਮਝ ਰਿਹਾ ਇਹ ਤਾਂ ਕਬਰ ਆ, ਕਬਰ ਦੇ ਵਿੱਚ ਦਫਨ ਹੋਣ ਵਾਲਾ ਹੈ ਤੂੰ। ਚਿਲ ਮਿਲ ਵਿਸਿਆਰ ਦੁਨੀਆ ਜਿਹੜੀ ਹੈ ਇੰਨੀ ਚਮਕਦਾਰ, ਇਹ ਫਾਨੀ ਹੈਗੀ ਆ। ਤੂੰ ਆਪ ਵੀ, ਤੇਰਾ ਸਰੀਰ ਜੋ ਤੈਨੂੰ ਜਿਹਦੇ ਉੱਤੇ ਜਿਹਨੂੰ ਤੂੰ ਸਮਝ ਰਿਹਾ, ਜਿਹਦੀ ਹੋਂਦ ਸਮਝ ਰਿਹਾ, ਜਿਹਦੀ ਹਉਮੈ ਹੈਗੀ ਆ, ਜਿਹਨੂੰ ਤੂੰ ਮੇਰੀ ਮੇਰੀ ਕਰ ਰਿਹਾ ਆ, ਇਹ ਤਾਂ ਰਹਿਣ ਵਾਲੀ ਚੀਜ਼ ਤਾਂ ਹੈ ਨਹੀਂ ਗੀ। ਜਬ ਲਗ ਮੇਰੀ ਮੇਰੀ ਕਰਾਂ, ਬਸ ਆਪਾਂ ਇਹੀ ਕਰ ਰਹੇ ਹਾਂ, ਮੇਰਾ ਸਰੀਰ ਆ, ਮੈਨੂੰ ਕਿਵੇਂ ਕਿਸੇ ਨੇ ਕਹਿਤਾ ਕੁਛ, ਹਾਂ ਮੇਰੇ ਨਾਲ ਆਹ ਗੱਲ ਇਹਨੇ ਕਿਉਂ ਕਹੀ, ਇਸ ਤਰ੍ਹਾਂ ਬਸ ਉਹਦੇ ਨਾਲ ਜਿਹੜਾ ਹੈਗਾ ਆਪਾਂ ਲੱਗ ਜਾਂਦੇ ਹਾਂ, ਸ਼ੁਰੂ ਹੋ ਜਾਂਦੇ ਹਾਂ। ਉੱਧਰ ਹੀ ਜਿਹੜਾ ਹੈਗਾ ਲੈਵਲ ਜਿਹੜਾ ਹੈਗਾ ਡਿਫਰੈਂਸ ਹੋ ਜਾਂਦਾ, ਔਰ ਵਿਚਾਰ ਸ਼ੁਰੂ ਹੋ ਜਾਂਦੇ ਆ। ਬਸ ਇੱਕ ਨੂੰ ਚੰਗਾ ਬਣਾ ਲਿਆ, ਇੱਕ ਨੂੰ ਮਾੜਾ ਬਣਾ ਲਿਆ, ਬਸ ਇਸੇ ਤਰੀਕੇ ਦੇ ਨਾਲ ਆਪਾਂ ਦੁਨੀਆ ਨੂੰ ਜਿਹੜਾ ਹੈਗਾ ਦੁਨੀਆ ਦੇ ਨਾਲ ਡੀਲ ਕਰਦੇ ਹਾਂ। ਔਰ ਜਿਹੜਾ ਹੈਗਾ ਇੰਨਾ ਜ਼ਬਰਦਸਤ ਧੁੰਦ ਜਾਲਾ ਜਿਹੜਾ ਹੈਗਾ ਆਪਣੇ ਚਾਰੋਂ ਪਾਸੇ ਆਪਾਂ ਮੇਰੀ ਦਾ, ਮੈਂ ਦਾ, ਹਉਮੈ ਦਾ ਬੁਣ ਲੈਂਦੇ ਹਾਂ ਕਿ ਉਸ ਤੇ ਆਪਾਂ ਨੂੰ ਜਿਹੜੀ ਹੈਗੀ ਆਤਮਾ ਤੱਕ ਦੀ ਯਾਤਰਾ ਹੁੰਦੀ ਨਹੀਂ ਆਪਣੇ ਕੋਲ, ਆਪਾਂ ਭੁੱਲ ਹੀ ਜਾਂਦੇ ਹਾਂ ਆਪਾਂ ਹੈ ਕੌਣ। ਜਬ ਲਗ ਮੇਰੀ ਮੇਰੀ ਕਰਾ ਹੈ ਤਬ ਲਗ ਕਾਜ ਏਕ ਨਹੀਂ ਸਰੈ। ਇੱਕੋ ਹੀ ਕੰਮ ਆ, ਇਹ ਨਹੀਂ ਵੀ ਇੱਕ ਵੀ ਕੰਮ ਨਹੀਂ ਹੋਣਾ ਤੇਰਾ, ਕਹਿੰਦੇ ਕੰਮ ਹੀ ਇੱਕੋ ਹੀ ਆ, ਕੰਮ ਹੀ ਇੱਕ ਹੈਗਾ, ਉਹ ਕੰਮ ਤੇਰਾ ਹੋਣਾ ਨਹੀਂ ਆ। ਜਬ ਲਗ ਮੇਰੀ ਮੇਰੀ ਕਰਾ ਤਬ ਲਗ ਕਾਜ ਏਕ ਨਹੀਂ ਸਰੈ। ਬ੍ਰਹਮ ਗਿਆਨੀ ਕਹਿ ਰਹੇ ਭਾਈ ਇੱਕੋ ਹੀ ਕੰਮ ਆ, ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਆਹੀ ਕੰਮ ਆ ਕਿ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਗੁਰਾਂ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਕਹਿੰਦੇ ਇਹ ਤਾਂ ਹੋਣਾ ਨਹੀਂ ਆ,
ਉਹ ਤੈਨੂੰ ਮਾਲਕ ਯਾਦ ਆਉਣਾ ਹੀ ਨਹੀਂ ਜਦ ਤੱਕ ਤੂੰ ਮੇਰੀ ਮੇਰੀ ਕਰਦਾ ਹੈ। ਤੇਰਾ ਧਿਆਨ ਸਿਮਰਨ ਹੋਣਾ ਹੀ ਨਹੀਂ ਆ, ਵਿਚਾਰ ਬੰਦ ਹੋਣੇ ਹੀ ਨਹੀਂ ਆ। ਆ ਮੇਰੀ ਮੇਰੀ ਤਾਂ ਵਿੱਚ ਬੈਠੀ ਹੋਈ ਆ ਕੇ ਇਹ ਹਉਮੈ ਜਬ ਲਗ, ਕਿਉਂਕਿ ਜਿਹੜਾ ਆਪਾਂ ਤਾਂ ਰਾਈ ਦੇ 10ਵੇਂ ਹਿੱਸੇ ਜਿੰਨੀ ਆਪਣੀ ਹੋਂਦ ਹੈਗੀ ਆ, ਆਪਾਂ ਤਾਂ ਸਪਰਮ ਦੇ ਵਿੱਚ ਫਿੱਟੇ ਆ ਪੂਰੀ ਤਰ੍ਹਾਂ। ਰਾਈ ਦਾ 10ਵਾਂ ਹਿੱਸਾ ਮੋਕਲਾ ਹੈ, ਕਹਿੰਦੇ ਉਹ ਵੀ ਰਸਤਾ ਬਹੁਤ ਮੋਕਲਾ ਹੈਗਾ। ਜੀਟੀ ਰੋਡ ਆ ਰਾਈ ਦਾ 10ਵਾਂ ਹਿੱਸਾ, ਜਿੱਥੋਂ ਦੀ ਆਪਾਂ ਲੰਘ ਸਕਦੇ ਹਾਂ। ਉਹ ਆ ਆਪਣੀ ਅਸਲੀ ਰੂਪ, ਔਰ ਆਪਾਂ ਬਣੇ ਹੋਏ ਆ ਹਾਥੀ। ਮਨ ਤੋਂ ਮੈਗਲ ਹੋਏ ਰਹੋ, ਨਿਕਸਿਓ ਕਿਉਂ ਕਰ ਜਾਏ। कबीर मुक्त द्वारा संकुरा, राई 10वें पाए, मन तो मैगल होए रहो, निकस्यो क्यों कर जाए। कबीर सब ते हम बुरे, हम तज भलो सब कोय, जिन ऐसा कर बूझिया, मीत हमारा सोए। कबीर सब ते हम बुरे, हम तज भलो सब कोय। दो वारी इक्को ही गल कह रहे, दो तरीके दे नाल। जब लग मेरी मेरी करे, तब लग काज एक नहीं सरै। साध संगत जी आ ਜਿਹੜਾ ਹੈਗਾ ਬਿਲਕੁਲ ਟੂ ਦੀ ਪੁਆਇੰਟ ਇਨ ਸ਼ਾਰਟ ਕਬੀਰ ਜੀ ਜਿਹੜੇ ਹੈਗੇ ਬਿਲਕੁਲ ਆਪਾਂ ਨੂੰ ਜਿਹੜਾ ਹੈਗਾ ਘੁਮਾ ਫਿਰਾ ਕੇ ਬਿਲਕੁਲ ਜਰਾ ਵੀ ਉਹਦੇ ਵਿੱਚ ਨਹੀਂ ਹੈ ਪਾਏ, ਬਿਲਕੁਲ ਸਟੇਟ ਫਾਰਵਰਡ ਬਈ ਹਉਮੈ ਦੂਰ ਕਰਨੀ ਹੈ, ਤੇਰੀ ਹੋਂਦ ਹੈ ਨਹੀਂ, ਤੂੰ ਕੁਛ ਨਹੀਂ ਹੈਗਾ, ਬਸ ਇੰਨੀ ਕੁ ਯਾਤਰਾ ਹੈਗੀ ਆ। ਜਬ ਲਗ ਮੇਰੀ ਮੇਰੀ ਕਰੇ, ਇਸ ਨੇ ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਵੇਂ ਨਾ ਬਸੇ ਇੱਕ ਠਾਏ। ਧਿਆਨ ਸਿਮਰਨ ਹੋ ਹੀ ਨਹੀਂ ਸਕਦਾ ਜੇ ਹਉਮੈ ਹੈਗੀ ਤੇ, ਵਿਚਾਰ ਬੰਦ ਹੋ ਹੀ ਨਹੀਂ ਸਕਦੇ। ਐਸ ਤੇ ਵਰਕਆਊਟ ਕਰਨੀ ਪੈਣਾ, ਐਸ ਤੇ ਵਰਕਆਊਟ ਕਰਨਾ ਪੈਣਾ। ਜੇ ਵਿਚਾਰ ਉੱਠ ਰਹੇ ਆ ਸਮਝ ਲਓ ਹਉਮੈ ਤੋਂ ਵਿਚਾਰ ਉੱਠ ਰਹੇ। जब लग मेरी मेरी करे, तब लग काज एक नहीं सराय। जब मेरी मेरी मिट जाए, तब प्रभ काज सवारे आए। बस कहते फिर मैं तेरा काज सवार दूंगा, फिर मैं तेनों जिहड़ा कढ लूँगा। जिवें मक्खण चों बाल कढदे इवें मैं माया तो कढ लूँगा तैनूं। कढना मैं ही आ, पाया मैं ही आ। पर मित्रा कंडीशन आ हैगी आ, नोट कर ला चंगी तरह किते। ऐसा ज्ञान विचार मना, हे मेरे मना किधर इधर उधर की करी जा रहा तू। आ लै तां ज्ञान, आ ज्ञान क्यों नहीं लै रहा। कबीर जी दे रहे ज्ञान किनू दे रहे, अपने मन नूं दे रहे आ। ऐसा ज्ञान विचार मना, आपां अपने मन नूं दईए ज्ञान, आपां क्यों नहीं दिंदे अपने मन नूं ज्ञान। ऐसा ज्ञान विचार मना, हर की ना सिमरो दुख पंजना। और कहंदे इहदे वास्ते स्मरण कर मालक परमात्मा नूं, कर स्मरण। स्मरण करेगा ते फिर की होएगा, फिर नाम आएगा, नाम आएगा तो हौमे जाएगी। आर कहते होर कोई तरीका ही नहीं हैगा। जे तू वर्कआउट करेगा, ध्यान सिमरन करेगा तो हौमे ने जाना लाजमी हैगा। जिन्ना ध्यान दे विच जाएगा, जिन्ना विचार बंद करेगा, उन्नी हौमे तेरी दी हौमे दी पकड़ जिहड़ी हैगी, ये जिहड़ियां तारां ढिलियां होणगियां। ऐसा ज्ञान विचार मना, ਇਹ ਮੇਰੇ ਮਨ ਵਿਚਾਰ, ਇਹਨੂੰ ਸੋਚ, ਇਹ ਗੱਲ ਨੂੰ ਜਿਹੜਾ ਸਮਝ ਲੈ, ਇਸ ਗੱਲ ਨੂੰ ਵਿਚਾਰਨਾ ਕੀ ਹੈਗਾ ਬਈ ਇਹਨੂੰ ਆਪਣੇ ਅੰਦਰ ਲੈ ਲੈ ਇਸ ਚੀਜ਼ ਨੂੰ। ਐਸਾ ਗਿਆਨ ਵਿਚਾਰ ਮਨਾ, ਸਭ ਤੋਂ ਟਾਪ ਪ੍ਰਾਇਰਟੀ ਤੇ ਰੱਖ ਲੈ ਇਸ ਚੀਜ਼ ਨੂੰ। ਐਸਾ ਗਿਆਨ ਵਿਚਾਰ ਮਨਾ, ਹਰ ਕੀਨਾ ਸਿਮਰੋ ਦੁੱਖ ਪੰਜਨਾ। ਕਿਉਂ ਨਹੀਂ ਸ਼ੁਰੂ ਹੋ ਜਾਂਦਾ ਫਿਰ ਤੂੰ, ਕਿਉਂ ਨਹੀਂ ਸ਼ੁਰੂ ਹੋ ਜਾਂਦਾ परमात्मा नूं स्मरण करना, क्यों नहीं शुरू हो जाता। आत्मा वाल नूं क्यों नहीं मोड़ लेंदा अपनी गड्डी नूं, अपनी सुरत नूं। ਉਹੀ दुख पंजना, दुख होने पंजन करने हैं, नहीं तो बाहर वाल नूं गड्डी जा रही है। जे 9 दरवाजे तो बाहर वाल नूं जा रही है तेरी प्राण शक्ति ते मित्रा, फिर तो दुख इकट्ठे कर रहे हैं। तेरी मर्जी आ। ये भी रस्ता तो मालक परमात्मा ने बनाया, ये भी हैगा एक रस्ता पाए। दो ही तो रस्ते हैगे, एक बाहर वाला एक अंदर वाला, चॉइस तेरी हैगी आ। ऐसा ज्ञान विचार मना, हर कीना सिमरो दुख पंजना रहाओ। जब लग सिंह रहे बन माहे, तब लग बन फूले ही नाहे। एक गल याद रख ला, जे तू नहीं हर हौमे ते वर्कआउट कीती, आ शेर जिहड़ा हैगा इहनूं नहीं फड़िया, ये मन नूं नहीं पतंदर नूं फड़िया, आ शेर हैगा इहदे हत्थों नहीं स्टेयरिंग खोया। जब लग सिंह रहे बन माहे, तब लग बन फूले ही नाहे।
ਮਿੱਤਰਾ ਦੇਖ ਲਾ, ਤੇਰੇ ਅੰਦਰ ਖੁਸ਼ਹਾਲੀ ਆਉਣੀ ਹੀ ਨਹੀਂ। ਬਸ ਇਹਦੇ ਅਧੀਨ ਹੈਗੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, 5 ਬਾਂਦਰ। ਉਹਨਾਂ ਨੇ ਉਡਾਈ ਜਾਣਾ ਹੈ ਤੇਰੇ ਅੰਦਰ ਸਾਰਾ ਤੇਰਾ ਬੰਨ ਜਿਹੜਾ ਹੈਗਾ, ਇਹ ਸਾਰਾ ਤੇਰੇ ਤਹਿਸ ਨਹਿਸ। ਬਸ ਉਹਨਾਂ ਨੇ ਤਾਂ ਇੱਕ ਇੱਕ ਪੱਤਾ ਤੋੜ ਦੇਣਾ ਤੇਰੇ ਅੰਦਰ, ਜਿੰਨੇ ਵੀ ਬੂਟੇ ਬਾਟੇ ਜੋ ਦਰਖਤ ਹੈਗੇ ਸਾਰਿਆਂ ਦੇ। जब लग सिंह रहे बन माहे, तब लग वन फूले ही नाहे। जब ही सियार सिंह को खाए, फूल रही सगली बन राए। ਹੁਣ ਸਿਆਰ ਕਿਹੜਾ ਹੋਇਆ ਭਾਈ ਜਿਹਨੇ ਸਿੰਘ ਨੂੰ ਖਾ ਲੈਣਾ ਆ, ਇਹਨੂੰ ਕੰਟਰੋਲ ਕਰ ਲੈਣਾ ਆ। ਬਸ ਆਹੀ ਚੰਗੇ ਗੁਣ ਹੈਗੇ। ਔਰ ਆ ਗਿਆਨ ਆਪਾਂ ਨੂੰ, ਬ੍ਰਹਮ ਗਿਆਨੀ ਆਪਾਂ ਨੂੰ ਚੰਗੇ ਗੁਣ ਦੇ ਰਿਹਾ। ਸਤ, ਸੰਤੋਖ, ਦਇਆ, ਧਰਮ, ਧੀਰਜ, ਆ ਚੰਗੇ ਗੁਣ ਲੈ ਕੇ ਧਿਆਨ ਸਿਮਰਨ ਕਰੀਏ, ਆਟੋਮੈਟਿਕਲੀ ਚੰਗੇ ਗੁਣ ਆ ਜਾਣੇ ਆ ਆਪਣੇ ਅੰਦਰ। ਆਪਾਂ ਕਿਸੇ ਦੇ ਨਾਲ ਵਿਤਕਰਾ ਨਹੀਂ ਕਰਨਾ, ਸਾਰਿਆਂ ਨੂੰ ਇੱਕ ਬਰਾਬਰ ਦੇਖਣਾ ਹੈ, ਸਭ ਤੋਂ ਆਪਣੇ ਆਪ ਨੂੰ ਮਾੜਾ ਸਮਝਣਾ ਹੈ। ਆਇਆ ਭਾਈ ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਈ। ਆ ਸਿਆਰ ਹੈਗੇ ਭਾਈ, ਇਹ ਨਿਮਰਤਾ ਗਰੀਬੀ, ਇਹ ਸਿਆਰ ਹੈਗੇ। जब लग सिंह रहे बन माहे, तब लग बन फूले ही नाहे। जब ही सियार सिंह को खाए, फूल रही सगली बन राय। ला बस आ गुण आ गए और ध्यान सिमरण कर रहा, बस हो गई शांति। सारी बन रहा है, सारे फुल अमृत दा फुल लगने शुरू हो जाएंगे तेरे अंदर ही। अमृत दा बूटा ਵੱਡਾ ਹੋ ਜਾਣਾ, ਅੰਮ੍ਰਿਤ ਦੇ ਬੂਟੇ ਨੂੰ ਫੁੱਲ ਲੱਗਣ ਲੱਗ ਜਾਣੇ। ਜਿਹੜਾ ਧਿਆਨ ਸਿਮਰਨ ਕਰ ਰਿਹਾ ਪਿਆਰਿਆ, ਅੰਮ੍ਰਿਤ ਰਸ ਆ ਜਾਣਾ, ਅਮਰ ਹੋ ਜਾਣਾ ਹੈ ਤੂੰ। जीतो बूढ़ा बूढ़ा हारो तिरै। फिर कबीर जी आखिरी वार समझा रहे भाई, देख तीसरे बंद ਦੇ ਵਿੱਚ ਯਾਦ ਰੱਖ ਲਾ, ਹਉਮੈ ਦੇ ਵਿੱਚ ਆ ਕੇ ਤੂੰ ਦੂਸਰੇ ਨੂੰ ਜਿਹੜਾ ਹੈਗਾ ਧੱਕਾ ਕਰਕੇ ਦੂਸਰੇ ਤੇ ਦੁਨੀਆ ਦੇ ਵਿੱਚ ਤੂੰ ਜਿਹੜਾ ਹੈਗਾ ਜਿੱਤ ਜਾਣਾ ਹੈ। ਦੁਨੀਆ ਦੇ ਵਿੱਚ ਵੱਡਾ ਹੋ ਗਿਆ, ਤੂੰ ਜਿੱਤ ਗਿਆ ਦੁਨੀਆ ਦੇ ਵਿੱਚ। ਕਬੀਰ ਜੀ ਕਹਿੰਦੇ ਸਪਿਰਚੁਅਲ ਰਸਤੇ ਤੇ ਤੂੰ ਹਾਰ ਗਿਆ, ਦੁਨਿਆਵੀ ਰਸਤੇ ਤੇ ਹਉਮੈ ਦੇ ਨਾਲ ਤੇਰੀ ਜਿੱਤ ਹੋ ਗਈ। ਪਰ ਕਬੀਰ ਜੀ ਕਹਿੰਦੇ ਸਪਿਰਚੁਅਲ ਰਸਤੇ ਤੇ ਤੂੰ ਫਾਡੀ ਹੋ ਗਿਆ, ਤੂੰ ਹਾਰ ਗਿਆ ਉਸ ਸਪਿਰਚੁਅਲ ਰਸਤੇ ਤੇ। ਉੱਥੇ ਉਹ ਜਿੱਤਦਾ ਹੈ ਜਿਹੜਾ ਛੱਡਦਾ ਆ, ਜਿਹੜਾ ਹਾਰਦਾ ਆ ਉਹ ਜਿੱਤਦਾ ਆ। ਦੁਨਿਆਵੀ ਰੂਪ 'ਚ ਜਿਹੜਾ ਹਾਰਦਾ ਆ, ਦੁਨਿਆਵੀ ਮਾਇਆ ਤੋਂ, ਧਨ ਤੋਂ ਜਿਹੜਾ ਹਾਰਦਾ ਆ, ਪਰਮਾਤਮਾ ਦੇ ਰਸਤੇ ਤੇ ਉਹ ਜਿੱਤਦਾ ਆ, ਉਹ ਤਰਦਾ ਆ, ਉਹ ਮਾਇਆ ਦੇ ਉੱਪਰ ਰਹੇਗਾ, ਇਹ ਸੰਸਾਰ ਸਮੁੰਦਰ ਦੇ ਵਿਚਾਰਾਂ ਦੇ ਉੱਪਰ ਰਹੇਗਾ। ਜੀਤੋ ਬੂढ़ा बूढ़ा ਡੁੱਬੇ, ਹਾਰੋ ਤਿਰੈ। ਹਾਰਨ ਵਾਲਾ ਤੈਰਦਾ ਹੈ ਉੱਪਰ, ਜਿੱਤਣ ਵਾਲਾ ਮਾਇਆ ਤਾਂ ਜਿੱਤੀ ਹੈ ਉਹਨੇ, ਮਾਇਆ ਜਿੱਤਣ ਵਾਲਾ ਡੁੱਬ ਗਿਆ। ਜੀਤੋ ਬੂढ़ा ਹਾਰੋ ਤਿਰੈ, ਗੁਰ ਪ੍ਰਸਾਦੀ ਪਾਰ ਉਤਰੈ। ਆਇਆ ਗੁਰੂ ਦਾ ਪ੍ਰਸਾਦ, ਆਇਆ ਗੁਰੂ ਦਾ ਗਿਆਨ। ਆ ਕਬੀਰ ਜੀ ਗਿਆਨ ਦੇ ਰਿਹਾ, ਕਹਿੰਦੇ ਇਸ ਤਰ੍ਹਾਂ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਂਦਾ ਹੈ। ਦਾਸ ਕਬੀਰ ਕਹੈ ਸਮਝਾਏ। ਕਬੀਰ ਜੀ ਕਹਿੰਦੇ ਭਾਈ ਮੈਂ ਤਾਂ ਦਾਸ ਹਾਂ ਮਾਲਕ ਦਾ, ਮੈਂ ਤਾਂ ਸਾਰਿਆਂ ਦਾ ਦਾਸ ਹਾਂ। ਮਾਲਕ ਦਾ ਕੀ, ਮੈਂ ਤਾਂ ਸਾਰਿਆਂ ਦਾ ਹੀ ਦਾਸ ਹਾਂ ਜੀ। ਦਾਸ ਕਬੀਰ ਕਹੈ ਸਮਝਾਏ, ਮੈਂ ਤਾਂ ਸਮਝਾ ਕੇ ਗੱਲ ਪੂਰੀ ਤਰ੍ਹਾਂ ਦੱਸ ਦਿੱਤੀ ਹੈ। ਕੇਵਲ ਰਾਮ ਰਹੋ ਲਿਵ ਲਾਏ। ਵਿਚਾਰ ਛੱਡ ਦਿਓ ਪਿਆਰਿਓ, ਕਿ ਮਾਲਕ ਪਰਮਾਤਮਾ ਦਾ ਧਿਆਨ ਕਰੋ, ਉਸ ਦੇ ਨਾਲ ਲਿਵ ਲਗਾ ਲਓ। ਬਸ ਆਹੀ ਤਰੀਕਾ ਹੈਗਾ, ਹੋਰ ਕੋਈ ਤਰੀਕਾ ਨਹੀਂ ਹੈਗਾ। आज ही शब्द पूरा हो गया। जब लग मेरी मेरी कराए, तब लग काज एक नहीं सरे। इक्को ही काम आ, वो नहीं सरना पाए जब तक मेरी मेरी कर रहे हैं। जब मेरी मेरी मिट जाए तब प्रभ काज सवारे आए। जब मेरी मेरी जाओगी, ज्यों ज्यों जाई जाओगी, त्यों त्यों मैं सवारी जाऊँगा। हाँ जी गौर की साहब, ऐसा ज्ञान विचार मना हर की ना सिमरो, दुख पंजना रहाओ। आया ज्ञान विचार लिए। हाँ जी वीर जी। हाँ जी ठीक है जी। साध संगत जी, मैं ते मेरी बस ये दोनों बड़े खतरनाक है ना। मैं वो तो मेरी ऐ चीज मेरी है, वो भी मेरी है, ऐ भी मेरी है। वैसे कोई बुरी चीज नहीं है। ਹੁਣ ਤੁਹਾਡੀ ਚੀਜ਼ ਤੁਹਾਨੂੰ ਕਹਿਣਾ ਤਾਂ ਪੈਣਾ ਹੀ ਹੈ ਕਿ ਮੇਰੀ। ਇੱਥੇ ਹਉਮੈ ਦੇ ਪ੍ਰਤੀਕ ਨੂੰ ਜਦੋਂ ਅਸੀਂ ਜੋੜਦੇ ਨਾਲ ਮੈਂ ਮੇਰੀ ਜਿਹੜੀ ਉਹ ਔਗਣ ਬਣ ਜਾਂਦੀ ਹੈ। ਹੁਣ ਆਪਾਂ ਕਹਿ ਵੀ ਦਿੰਦੇ ਕਿ ਮੇਰੀ ਗਲਤੀ, ਉਹ ਕੋਈ ਮਾੜੀ ਚੀਜ਼ ਨਹੀਂ ਹੈ। ਇਹ ਮੇਰੀ ਜ਼ਮੀਨ ਹੈਗੀ ਆ, ਮੇਰਾ ਘਰ ਹੈਗਾ, ਕੋਈ ਪ੍ਰੋਬਲਮ ਨਹੀਂ ਹੈ।
ਕਹਿਣ 'ਚ। ਪਰ ਤੁਸੀਂ ਜਦੋਂ ਕਹਿੰਦੇ ਜੋ ਉਹ ਜਦੋਂ ਦੋਸ਼ ਦੇ ਨਾਲ ਭਰੇ ਮੈਂ ਜਾਂ ਮੇਰੀ ਕਹਿੰਦੇ ਜੋ ਤੁਹਾਨੂੰ ਪਤਾ ਲੱਗ ਜਾਂਦਾ ਕਿ ਇਹ ਇੱਥੇ ਮੈਂ ਕੁਝ ਜੋੜ ਦਿੱਤਾ ਹੈ, ਉਹ ਸਧਾਰਨ ਮੇਰੀ ਨਹੀਂ ਰਹਿ ਗਿਆ, ਕੁਝ ਵਿੱਚ ਜੁੜ ਗਿਆ। ਜਦੋਂ ਉਹ ਮੈਂ ਮੇਰੀ ਆ ਜਾਂਦੀ ਆ, ਔਰ ਬਾਣੀ ਚ ਇੱਕ ਤੁਕ ਵੀ ਹੁੰਦੀ ਹੈ ਨਾ ਕਿ ਮੈਂ ਦੇ ਉੱਤੇ ਤੁਕ ਹੈਗੀ ਆ, ਹਉਮੈ ਦੀਗਰ। ਹਾਂ, ਹਉਮੈ ਦੀਰਘ ਰੋਗ ਹੈ, दारू ਵੀ ਇਸ ਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਹਾਂ, ਇਹ ਜਦੋਂ ਦੇਖੋ ਪ੍ਰਕਿਰਤੀ ਆ, ਪਰਮਾਤਮਾ ਹੈ, ਪਰਮਾਤਮਾ ਤੋਂ ਅੱਗੇ ਪ੍ਰਕਿਰਤੀ ਆ, ਪ੍ਰਕਿਰਤੀ ਤੋਂ ਅੱਗੇ ਜਿਹੜਾ ਨਾ ਜੀਵ ਹੈ। ਤੇ ਜੀਵ ਜਿਹੜਾ ਹੈਗਾ ਸ਼ੁੱਧ ਪ੍ਰਕਿਰਤੀ ਹੈ, ਸ਼ੁੱਧ ਪ੍ਰਕਿਰਤੀ ਦੋਸ਼ ਨਹੀਂ ਹੁੰਦਾ। ਤੇ ਉਸ ਤੋਂ ਅੱਗੇ ਜਿਹੜਾ ਜੀਵ ਹੈ, ਜੀਵ ਫਿਰ ਮੈਂ ਦੇ ਕਰਕੇ ਹੀ ਇਹਦੇ ਚ ਔਗਣ ਆਈ ਜਾਂਦੇ ਆ। ਬਹੁਤ ਵਧੀਆ, ਬਿਲਕੁਲ ਸਹੀ ਆਪਣੇ ਅੰਦਰ। ਹਾਂ, ਬਿਲਕੁਲ ਆਪਾਂ ਜੋ ਵੀ ਸਾਰਾ ਕੁਝ ਪੰਗਾ ਲਿਆ ਨਾ, ਇਹ ਸਾਰਾ ਮੈਂ ਕਰਕੇ ਆ। ਅੱਜ ਦੀ ਡੇਟ 'ਚ ਜਦੋਂ ਆਪਾਂ ਸੋਚਦੇ ਨਾ ਕਿ ਮੇਰੇ ਬੱਚੇ ਇਹਨਾਂ ਨੂੰ ਸੁੱਖ ਮਿਲ ਜੇ, ਮੇਰੀ ਪਤਨੀ ਨੂੰ ਸੁੱਖ ਮਿਲ ਜੇ, ਮੇਰੇ ਪਤੀ ਨੂੰ ਸੁੱਖ ਮਿਲ ਜੇ, ਮੇਰਾ ਘਰ ਵੱਡਾ ਹੋ ਜੇ, ਮੇਰੀ ਜ਼ਮੀਨ ਜ਼ਿਆਦਾ ਹੋ ਜੇ, ਆਪ ਸਮਝਦੇ ਮੈਂ ਮੇਰੀ ਕਿੰਨੀ ਖਤਰਨਾਕ ਚੀਜ਼ ਆ। ਆਪ ਜਿੱਥੇ ਮੈਂ ਜੁੜੀ ਜਾਂਦੇ, ਜੋ ਮੇਰੇ ਕੱਪੜੇ ਵਧੀਆ ਹੋਣ। ਹੁਣ ਤੂੰ ਕੱਲਾ ਪਾ ਕੇ ਸੋਹਣੇ ਕੱਪੜੇ ਤੁਰਿਆ ਫਿਰੀ, ਦੂਜਿਆਂ ਕੋਲ ਤੇ ਕੱਪੜੇ ਵੀ ਨਹੀਂ ਹੈਗੇ। ਮੇਰਾ ਘਰ ਵੱਡਾ, ਠੀਕ ਹੈ ਤੇਰਾ ਘਰ ਵੱਡਾ, ਪਰ ਤੂੰ ਇੱਥੇ 10 ਕਮਰੇ ਪਾਏ ਤੇ ਇੱਕ ਕਿਸੇ ਦਾ ਵੀ ਪਾ ਦੇ, ਠੀਕ ਹੈ। ਮੇਰੇ ਸੂਟ ਵਧੀਆ, ਠੀਕ ਹੈ ਤੈਨੂੰ ਵਧੀਆ ਮਿਲ ਗਿਆ, ਤੂੰ ਵੀ ਕਿਸੇ ਨੂੰ ਛੋਟਾ ਮੋਟਾ ਸੂਟ ਲੈ ਦੇ, ਮੇਰੀ ਜੁੱਤੀ ਬਹੁਤ ਵਧੀਆ। ਇਹ ਸਭ ਮਤਲਬ ਕਹਿਣ ਦਾ ਭਾਵ ਹੈ ਕਿ ਜੇ ਜ਼ਿੰਦਗੀ ਦਾ ਮਕਸਦ ਕੇਵਲ ਮੇਰਾ ਹੈ ਔਰ ਉਹਦੇ ਵਿੱਚ ਮੈਨੂੰ ਹੀ ਫਾਇਦਾ ਹੋ ਰਿਹਾ ਹੈ, ਤੇ ਨਿੱਜਾ ਸਾਹਿਬ ਉਹ ਫਿਰ ਮਾੜੀ ਚੀਜ਼ ਹੈ ਨਾ। ਬਿਲਕੁਲ। ਤੇ ਬਾਣੀ ਤੇ ਕਹਿੰਦੀ ਹੈ ਘਾਲ ਕਰੇ ਕੁਝ ਉਹਦੇ, ਨਾਨਕ ਸੱਚ ਪਛਾਣੇ ਸੇ, ਨਾਨਕ ਰਾਹ ਪਛਾਣੇ ਸੇ। ਹਾਂਜੀ ਬਿਲਕੁਲ। ਹਾਂ, ਤੇ ਰਾਹ ਉਹੀ ਪਛਾਣਦਾ ਜਿਹਨੇ ਘਾਲ ਕੀਤੀ ਆ, ਆਪ ਘਾਲ ਕੀਤੀ ਹੈ, ਘਾਲਣਾ ਕਰਕੇ ਮਿਹਨਤ ਕਰਕੇ ਫਿਰ ਉਹ ਤੋਂ ਵੀ ਕੁਝ ਦੇ ਦਿੱਤਾ ਲੋਕਾਂ ਨੂੰ। ਤੇ ਉਹ ਚੀਜ਼ਾਂ ਹੈਗੀਆਂ ਨਾ। ਕਹਿੰਦੇ ਫਿਰ ਅੱਗੇ ਕਹਿੰਦੇ ਜਬ ਲੱਗ ਮੇਰੀ ਮੇਰੀ ਕਹੇ ਤਬ ਲੱਗ ਕਾਜ ਏਕ ਨਾ ਕਰੇ। ਹੁਣ ਲੋੜਵੰਦ ਹੁੰਦੇ ਹੀ ਆ ਸੰਸਾਰ ਦੇ ਲੋਕ, ਦਿੱਤਾ ਤੇ ਤੁਹਾਡਾ ਉਹੀ ਕੰਮ ਹੋਣਾ ਵਾ ਜਿਹੜਾ ਤੁਸੀਂ ਦਿੱਤਾ। ਇੱਥੇ ਇਹ ਪ੍ਰਕਿਰਤੀ ਹੈ, ਤੁਸੀਂ ਜਿੰਨਾ ਛੱਡੋਗੇ ਉਹਨਾਂ ਤੇ ਉੱਪਰ ਜਾਓ, ਜਿੰਨਾ ਤੁਸੀਂ ਪੜੋਗੇ ਉਹਨਾਂ ਤੇ ਡੁੱਬ ਜਾਓਗੇ। ਲੋਕੀ ਕਹਿੰਦੇ ਨਾ ਕਿ ਉਹ ਬੰਦਾ ਵੇਖ ਕਿੰਨਾ ਧਨ ਇਕੱਠਾ ਕਰਨ ਦਿਆ, ਉਹ ਧਨ ਨੀ ਇਕੱਠਾ ਕਰਦੇ, ਉਹ ਡੁੱਬਣ ਦਿਆ। ਹੌਲਾ ਪੱਲਾ ਤਾਂ ਜਾਂਦਾ, ਭਾਰਾ ਥੋੜੀ ਤਾਂ ਨੂੰ ਜਾਂਦਾ। ਪਰ ਸੰਸਾਰ ਦੀ ਨਜ਼ਰ ਹੋ ਰਿਹਾ, ਸੰਸਾਰ ਸੋਚਦੀ ਆ ਕਿ ਮੇਰੇ ਕੋਲੋਂ ਜ਼ਿਆਦਾ ਧਨ ਦੌਲਤ ਹੋਵੇ। ਲੋਕੀ ਹੀ ਸੋਚਦੇ ਵੇਖੋ ਅਮੀਰ ਹੋ ਗਿਆ, ਉਹ ਥੋੜੀ ਵੇਖਦੇ ਕਿ ਠੱਗੀਆਂ ਮਾਰੀਆਂ। ਹੁਣ ਇੱਕ ਨਸ਼ਾ ਵੇਚਣ ਵਾਲਾ ਬੰਦਾ ਹੈ ਜਿਹੜਾ ਗਲਤ ਤਰੀਕੇ ਨਾਲ ਨਸ਼ਾ ਵੇਚਣ ਦਿਆ, ਉਹ ਕੋਲ ਕਿੰਨਾ ਪੈਸਾ ਇਕੱਠਾ ਹੋ ਜਾਂਦਾ। ਪਰ ਸੱਚੀ ਆਪ ਇੱਕ ਸੋਚ ਵਿਚਾਰ ਕਰੋ, ਉਸ ਪੈਸੇ ਦੇ ਨਾਲ ਉਹਨੂੰ ਸੁੱਖ ਮਿਲੂ ਜਾਂ ਉਹਦੇ ਘਰ ਪਰਿਵਾਰ ਨੂੰ ਸੁੱਖ ਮਿਲ ਸਕਦਾ ਨਿੱਜਰ ਸਾਹਿਬ? ਨਾ, ਉਹਦੇ ਘਰ ਪਰਿਵਾਰ ਨੂੰ ਜਿਹੜਾ ਹੈਗਾ ਦੁਨਿਆਵੀ ਸੁੱਖ ਮਿਲ ਸਕਦਾ, ਪਰ ਆਤਮਿਕ ਸੁੱਖ ਨਹੀਂ ਮਿਲ ਸਕਦਾ। ਹਾਂ, ਹੁਣ ਦੇਖੋ ਮਨ ਦੇ ਤੌਰ ਤੇ ਕੋਈ ਵੀ ਨੁਕਸ ਹੁੰਦਾ ਹੈ ਪਹਿਲਾਂ ਸਾਡੇ ਮਨ ਚ ਆਉਂਦਾ, ਤੇ ਮਨ ਦੇ ਵਿੱਚੋਂ ਜਿਹੜਾ ਦੋਸ਼ ਹੁੰਦਾ ਉਹ ਤਨ ਚ ਆ ਜਾਂਦਾ। ਹੁਣ ਮਨ ਨੂੰ ਸ਼ਾਂਤ ਕਰਨ ਦਾ ਤਰੀਕਾ ਹੈ ਧਿਆਨ ਸਿਮਰਨ। ਮਨ ਸ਼ਾਂਤ ਹੋ ਕੇ ਤੇ ਸਰੀਰ ਵੀ ਸ਼ਾਂਤ ਹੋ ਜਾਂਦਾ। ਜੇ ਮਨ ਦੁਖੀ ਹੈ, ਮਨ ਅਪਸੈਟ ਹੈ, ਮਨ ਭੱਜਾ ਫਿਰਦਾ ਹੈ, ਗਤੀ ਚ ਹੈ, ਤੇ ਭਾਵੇਂ ਤੁਸੀਂ ਜਿੱਥੇ ਮਰਜ਼ੀ ਬੈਠੇ ਜੋ ਤੁਸੀਂ ਦੁਖੀ ਹੋ। ਜੇਕਰ ਮਨ ਤੁਹਾਡਾ ਸ਼ਾਂਤ ਆ ਤੇ ਭਾਵੇਂ ਤੁਹਾਡੇ ਕੋਲ ਬਹੁਤਾ ਸਮਾਨ ਨਹੀਂ ਹੈਗਾ, ਤੁਸੀਂ ਸੁਖੀ ਹੋ, ਦੁਨੀਆ ਦੇ ਸਭ ਤੋਂ ਸੁਖੀ ਇਨਸਾਨ। ਤੇ ਜੇ ਤੁਹਾਡਾ ਮਨ ਦੁਖੀ ਹੈ, ਉਹ ਭਾਵੇਂ ਤੁਹਾਡੇ ਕੋਲ ਸਾਰਾ ਕੁਝ ਹੈਗਾ, ਤੁਸੀਂ ਸਭ ਤੋਂ ਦੁਖੀ ਇਨਸਾਨ। ਠੀਕ ਹੈ ਜੀ। ਇੱਥੇ ਉਹਨੂੰ ਬਾਣੀ ਸਮਝਾ ਰਹੀ ਹੈ ਕਿ ਜਬ ਹੈ ਤਬ ਲਗ ਕਾਜ ਏਕ ਨਾ ਸਰੇ। ਇੱਕ ਵੀ ਨਹੀਂ ਕੰਮ ਤੇਰਾ ਬਣ ਸਕਦਾ ਜਿੰਨਾ ਚਿਰ ਤੱਕ ਤੂੰ ਕੇਵਲ ਆਪਣੇ ਸੁੱਖ ਨੂੰ ਦੇਖ ਰਿਹਾ। ਮੇਰੇ ਬੱਚੇ ਸੁਖੀ ਹੋਣ, ਮੇਰਾ ਪਰਿਵਾਰ ਸੁਖੀ ਹੋ ਜੇ, ਦੂਜੇ ਜਾਣ ਧੱਕੇ ਖਾਣ, ਜਿੱਥੇ ਮਰਜ਼ੀ ਜਾਣ, ਉਹਨਾਂ ਦਾ ਚੀਜ਼ ਸਮਾਨ ਖੋਹ ਲਿਆਉਣਾ ਤੂੰ, ਤੇ ਫਿਰ ਤੇ ਬਈ ਸੱਜਣਾ ਕੋਈ ਵਧੀਆ ਨਹੀਂ ਜੀਵਨ ਤੇਰਾ। ਤੇਰਾ ਜੀਵਨ ਇੱਕ ਬਹੁਤ ਲਿਮਟਿਡ ਆ, ਬਹੁਤ ਤੇਰੀ ਸੋਚ ਜਿਹੜੀ ਬਹੁਤ ਨੈਰੋ ਆ। ਔਰ ਕਈ ਵਾਰੀ ਬੰਦੇ ਕਹਿੰਦੇ ਨੇ ਕਿ ਘਰਾਂ ਚ ਵੀ ਸੋਚਦੇ ਕਿ ਮੈਂ ਹੀ ਕੀਤਾ ਸਾਰਾ ਕੁਛ, ਮੈਂ ਅੱਜ ਕੀਤਾ, ਮੈਂ ਉਂਝ ਕੀਤਾ। ਠੀਕ ਹੈ, ਕਹਿਣਾ ਕੋਈ ਮਾੜੀ ਚੀਜ਼ ਨਹੀਂ ਆ,
ਕਈ ਵਾਰੀ ਦੱਸਣਾ ਜ਼ਰੂਰੀ ਆ। ਪਰ ਕਈ ਵਾਰੀ ਸਾਨੂੰ ਚੀਜ਼ ਮਿਲਦੀ ਹੈ ਨਾ ਤੇ ਉਹਦੇ ਪਿੱਛੇ ਦੂਜਿਆਂ ਦਾ ਹੱਕ ਹੁੰਦਾ ਨਿੱਜਰ ਸਾਹਿਬ, ਕਿਉਂਕਿ ਕੁਆਲੀਫਾਈਡ ਤੇ ਲੋਕ ਬਹੁਤ ਹੈਗੇ ਨੇ ਉੱਥੇ ਬੈਠੇ। ਪਰ ਬੰਦਾ ਸੋਚਦਾ ਨਹੀਂ ਮੈਂ ਪਰ ਉਹਨੂੰ ਇਹ ਵੀ ਸੋਚਣਾ ਚਾਹੀਦਾ ਵਾ ਕਿ ਜਦੋਂ ਤੇਰਾ ਵਿਆਹ ਹੋਇਆ ਸੀ ਨਾ, ਉਸ ਤੋਂ ਬਾਅਦ ਤੇਰੇ ਘਰ ਲਹਿਰਾਂ ਬਹਿਰਾਂ ਹੋਈਆਂ। ਪਹਿਲਾਂ ਤੇ ਭੰਗ ਭੁੱਜਣ ਦੀ ਨਿੱਜਰ ਸਾਹਿਬ, ਇਹ ਹੈ ਕਈਆਂ ਘਰਾਂ ਦਾ ਮਸਲਾ। ਬਿਲਕੁਲ, ਚਾਹੇ ਔਰਤ ਹੈ ਜਾਂ ਮਰਦ ਆ, ਜਦੋਂ ਲਗਨ ਜੁੜ ਜਾਂਦੇ ਆ ਨਾ ਤੇ ਘਰਾਂ 'ਚ ਬਹੁਤ ਤਰੱਕੀ ਹੁੰਦੀ ਹੈ ਬੰਦੇ ਦੀ। ਬੰਦਾ ਫਿਰ ਕਹਿੰਦਾ ਕ੍ਰੀਏਟ ਲੈ ਲੈਂਦਾ ਕਿ ਮੈਂ ਹੀ ਸਾਰਾ ਕੀਤਾ। ਉਹਦੇ ਵਿੱਚ ਬੱਚਿਆਂ ਦਾ ਵੀ ਹਿੱਸਾ ਹੁੰਦਾ। ਕਈ ਵਾਰੀ ਮਾਂ ਬਾਪ ਦੇ ਕਰਮਾਂ 'ਚ ਇੰਨਾ ਸੁੱਖ ਨਹੀਂ ਲਿਖਿਆ ਹੁੰਦਾ, ਪਰ ਜਦੋਂ ਬੱਚੇ ਆ ਜਾਂਦੇ ਉਹਨਾਂ ਦੇ ਰਾਜਯੋਗ ਹੁੰਦਾ। ਬਿਲਕੁਲ, ਬੱਚੇ ਆ ਕਈ ਵਾਰੀ ਘਰ ਵਾਲੀ ਹੀ ਜਿਹੜੀ ਐਸੀ ਆ ਜਾਂਦੀ ਹੈ, ਘਰ ਵਾਲਾ ਐਸਾ ਹੁੰਦਾ ਹੈ ਜਿਹੜਾ ਉਹਦੇ ਬਹੁਤ ਤਕਦੀਰ ਬਹੁਤ ਚੰਗੀ ਹੁੰਦੀ ਹੈ। ਹਾਂ, ਪਰ ਕਈ ਵਾਰੀ ਡਾਊਨਫਾਲ ਵੀ ਹੋ ਜਾਂਦੀ ਹੈ। ਜੇ ਉਹ ਪੱਤਾ ਭਾਰਾ ਪੈ ਗਿਆ ਨਾ, ਉਹਨੇ ਤੁਹਾਨੂੰ ਭਾਅ ਵੀ ਦੇਣਾ ਵਾ। ਇਹ ਜਸਟ ਪ੍ਰਕਿਰਤੀ ਆ। ਹੁਣ ਤੁਸੀਂ ਆਪ ਸਿਆਣੇ ਜੋ, ਇੱਕ 5 ਕਿਲੋ ਦਾ ਵੱਟਾ ਵਾ, ਤੁਸੀਂ ਪਾ ਦੇ 10 ਉਹ ਕਿੰਨੇ ਪਾ ਕੇ ਵੇਖ ਲਓ। ਜਦੋਂ 5 ਕਿਲੋ ਦਾ ਕੱਲਾ ਪੈ ਗਿਆ, ਉਹਨੇ 5-6 ਨੂੰ ਚੁੱਕ ਲੈਣਾ। ਬਿਲਕੁਲ। ਤੇ ਇਹ ਪ੍ਰਕਿਰਤੀ ਏਦਾਂ ਹੀ ਚੱਲਦੀ ਹੈ। ਠੀਕ ਹੈ, ਹੁਣ ਇੱਥੇ ਆਪਾਂ ਚੀਜ਼ ਨੂੰ ਸਮਝੀਏ। ਅਗਲੀ ਤੁਕ ਬੋਲੋ ਨਿੱਜਰ ਸਾਹਿਬ। जब लग मेरी मेरी करे तब लग काज एक नहीं सरे, जब मेरी मेरी मिट जाए तब प्रभ काज सवारे आए। ਹੁਣ ਤੁਸੀਂ ਮੇਰੀ ਜਦੋਂ ਮਿਟ ਜਾਂਦੀ ਆ, ਤੂੰ ਮਾੜੀ ਗੱਲ ਨਹੀਂ ਹੁੰਦੀ। ਮੇਰੀ ਮਿਟ ਜਾਣਾ, ਮੇਰੀ ਦਾ ਮਤਲਬ ਮਿਟ ਜਾਣਾ, ਮਤਲਬ ਤੁਸੀਂ ਸਹਿਜ ਚ ਆ ਗਏ ਜੋ। ਸਾਰਿਆਂ ਦੇ ਵਿੱਚ ਇੱਕ ਦੇਖ ਰਹੇ ਹਾਂ ਆਪਾਂ ਬਸ। ਹਾਂ, ਕੋਈ ਮੇਰੀ ਮਿਟ ਜਾਣਾ ਕੋਈ ਮਜ਼ਾਕ ਥੋੜੀ। ਉੱਥੇ ਬ੍ਰਹਮ ਦਾ ਸਾਰ ਹੈ, ਉੱਥੇ ਬ੍ਰਹਮ ਵਿਦਿਆ। ਪਰ ਜਦੋਂ ਬ੍ਰਹਮ ਵਿਦਿਆ ਤੁਹਾਨੂੰ ਪ੍ਰਾਪਤ ਹੋਊਗੀ, ਫਿਰ ਮੇਰੀ ਤੋਂ ਮੁਕਤੀ ਮਿਲ ਜਾਣੀ ਹੈ। ਫਿਰ ਤੁਹਾਨੂੰ ਪਤਾ ਲੱਗ ਨਾ ਮੇਰਾ ਕੁਛ ਨਹੀਂ ਹੈਗਾ, ਤੇ ਤੇਰਾ ਹੈ ਪ੍ਰਮਾਤਮਾ, ਮੇਰਾ ਤੇ ਕੁਛ ਵੀ ਨਹੀਂ। ਮੈਂ ਤਾਂ ਆਪ ਹੀ ਤੇਰਾ ਹੈਗਾ। ਮੈਂ ਤਾਂ ਆਪ ਹੀ ਤੇਰਾ ਹੈ। ਹਾਂ, ਮੈਂ ਵੀ ਤੇਰਾ। ਤੇ ਫਿਰ ਕਹਿੰਦੇ ਤਬ ਪ੍ਰਭ ਕਾਰਜ ਸਵਾਰੇ ਆਏ। ਤੇ ਫਿਰ ਕੀ, ਫਿਰ ਜੀਵਨ ਦਾ ਮਕਸਦ ਪੂਰਾ ਹੁੰਦਾ ਹੈ। ਕਾਰਜ ਦਾ ਸਵਾਰਨ ਦਾ ਮਤਲਬ ਇਹ ਨਹੀਂ ਕਿ ਤੁਹਾਡੀ ਕੋਈ ਫੈਕਟਰੀ ਬਣ ਜਾਊਗੀ ਜਾਂ ਤੁਸੀਂ ਮਹਿਲਾਂ ਦੇ ਮਾਲਕ ਬਣ ਜਾਓ। ਕਾਰਜ ਸਵਾਰਨ ਦਾ ਮਤਲਬ ਇਹ ਹੈ ਕਿ ਤੁਹਾਡੇ ਜੀਵਨ ਦੇ ਵਿੱਚ ਜਿਹੜੀ ਨਾ ਰੋਸ਼ਨੀ ਆ ਜਾਊਗੀ। ਤੁਹਾਨੂੰ ਜੀਵਨ ਦਾ ਅਸਲੀ ਮਨੋਰਥ ਪਤਾ ਲੱਗ ਜੂ। ਤੇ ਜੇ ਤੁਸੀਂ ਮੈਂ ਮੇਰੀ ਚ ਬੈਠੇ ਜੋ, ਫਿਰ ਤੁਸੀਂ ਗਵਾਚੇ ਜੋ। ਹਾਂ, ਇੱਕ ਹੋਰ ਆਪਣੇ ਗੋਰਖੀ ਜੀ, ਇੱਕ ਚੀਜ਼ ਹੋਰ ਹੈਗੀ ਆ। ਜਦੋਂ ਮਾਲਕ ਪਰਮਾਤਮਾ ਆਪਣੇ ਨਾਲ ਆ ਗਿਆ, ਪਰਮਾਤਮਾ ਆਪਣੇ ਅੰਦਰ ਪ੍ਰਗਟ ਹੋ ਗਿਆ, ਤੇ ਜਿਹੜੇ ਹੈਗੇ ਇੱਥੇ ਕੋਈ ਕਿਸੇ ਸਾਰੀਆਂ ਚੀਜ਼ਾਂ ਬਣਾਉਣ ਵਾਲਾ ਆਪਣੇ ਅੰਦਰ ਆ ਗਿਆ, ਮਾਲਕ ਪਰਮਾਤਮਾ, ਤੇ ਕਿਸੇ ਚੀਜ਼ ਦੀ ਕਮੀ ਰਹਿ ਜਾਏਗੀ ਗੋਰਖੀ ਸਾਹਿਬ? ਹਾਂ ਨਿੱਜਰ ਸਾਹਿਬ, ਕਮੀ ਹੈ ਹੀ ਨਹੀਂ ਆ। ਕਮੀ ਤੇ ਬੰਦਾ ਪਤਾ ਕੀ ਹੁੰਦਾ ਵਾ, ਦੇਖੋ ਕਮੀ ਨਹੀਂ ਹੈਗੀ। ਸਾਨੂੰ ਆਲਰੇਡੀ ਸਾਡੀ ਔਕਾਤ ਤੋਂ ਜ਼ਿਆਦਾ ਰੱਬ ਨੇ ਦਿੱਤਾ, ਇਹ ਸੱਚ ਹੈਗਾ। ਮੈਨੂੰ ਨਹੀਂ, ਹਰ ਇੱਕ ਇਨਸਾਨ ਨੂੰ ਉਹਦੀ ਔਕਾਤ ਤੋਂ ਰੱਬ ਨੇ ਵੱਧ ਦਿੱਤਾ ਹੈ। ਉਨੀ ਉਸ ਬੰਦੇ ਦੀ ਕੁਆਲੀਫਿਕੇਸ਼ਨ ਨਹੀਂ ਆ, ਉਨੀ ਉਹਦੀ ਪਾਤਰਤਾ ਨਹੀਂ ਆ ਜਿੰਨਾ ਰੱਬ ਨੇ ਉਹਨੂੰ ਦਿੱਤਾ ਹੈ। ਕਹਿੰਦੇ ਜੇ ਤੂੰ ਦੁਖੀ ਹੋਣਾ ਚਾਹੁੰਦਾ ਹੈ ਨਾ, ਆਪਣੇ ਤੇ ਜਿਹੜੇ ਤੇਰੇ ਉੱਪਰ ਲੋਕ ਉਹਨਾਂ ਨੂੰ ਦੇਖ, ਤੇ ਜੇ ਤੂੰ ਸੁਖੀ ਹੋਣਾ ਚਾਹੁੰਦਾ ਤੇ ਆਪਣੇ ਤੋਂ ਥੱਲੇ ਦੇ। ਇਹ ਦੇਖਣ ਦੇ ਨਾਲ ਤੇਰੀ ਜ਼ਿੰਦਗੀ ਦੇ ਵਿੱਚ ਦੁੱਖ ਤੇ ਸੁੱਖ ਆਉਂਦੇ ਆ। ਪਰ ਜਦੋਂ ਅਸੀਂ ਸੋਚਦੇ ਹਾਂ ਕਿ ਰੱਬਾ ਮੈਨੂੰ ਆਹ ਨੁਕਸ ਆ, ਮੈਨੂੰ ਫਲਾਨਾ ਹੈ, ਤੂੰ ਦੇਖ ਕਈਆਂ ਨੂੰ ਕਿਹੋ ਜਿਹਾ ਨੁਕਸ ਆ। ਇੰਨੇ ਭਿਅੰਕਰ ਦੁੱਖ ਲੱਗੇ ਨੇ ਵਿਚਾਰਿਆਂ ਨੂੰ। ਔਰ ਤੂੰ ਆਪਣੇ ਵੱਲ ਵੇਖੇਂਗਾ, ਤੈਨੂੰ ਉਸੇ ਤਰ੍ਹਾਂ ਹੀ ਸ਼ਾਂਤੀ ਮਿਲ ਜਾਣੀ ਆ। ਤੇ ਜੇ ਤੂੰ ਦੁਖੀ ਹੋਣਾ ਚਾਹੁੰਦਾ ਤੇ ਫਿਰ ਉਹਨਾਂ ਨੂੰ ਵੇਖ ਜੋ ਚੀਜ਼ ਤੇਰੇ ਕੋਲ ਨਹੀਂ ਹੈਗੀ, ਤੇ ਤੇਰੇ ਕੋਲ ਜਿਹੜਾ ਹੈਗਾ ਨਿੱਜਰ ਸਾਹਿਬ, ਫਿਰ ਉਹ ਸਾਰਾ ਕੁਝ ਦੁੱਖ ਹੀ ਬਣ ਜਾਣਾ। ਤੇ ਹਾਂ, ਅਗਲੇ ਬੰਨੇ ਕਹਿੰਦੇ ਤਬ ਪ੍ਰਭ ਕਾਜ ਸਵਾਰੇ। ਜਦੋਂ ਤੂੰ ਇਹ ਸੋਚਦਾ ਹੈ ਕਿ ਮੇਰੀ ਖਤਮ ਹੋ ਗਈ ਆ, ਫਿਰ ਮੈਨੂੰ ਗਿਆਨ ਹੋ ਗਿਆ ਕਿ ਮੇਰਾ ਮਤਲਬ ਜਿਹੜਾ ਹੈਗਾ ਵਾ, ਮੇਰਾ ਆਪਣਾ ਸਵਾਰਥ ਨਹੀਂ ਹੈ। ਹੁਣ ਜਿਹਦਾ ਹੱਕ ਬਣਦਾ ਮੈਂ ਉਹਨੂੰ ਦਿੰਦਾ, ਤੇ ਮੇਰਾ ਹੱਕ ਜੋ ਬਣਦਾ ਮੈਂ ਉਹ ਲੈ ਕੇ ਆਉਣਾ। ਤੇ ਫਿਰ ਕਹਿੰਦੇ ਤੇਰੇ ਕਾਰਜ ਆਪੇ ਸਵਾਰੇ ਜਾਣੇ ਨਿੱਜਰ ਸਾਹਿਬ। ਫਿਰ ਤੇ ਤੂੰ ਸਹੀ ਮਾਰਗ ਤੇ ਚੱਲ ਪਿਆ ਨਾ, ਇਹ ਧਰਮ ਦੇ ਮਾਰਗ ਤੇ ਚੱਲੇਗਾ, ਤੇ ਫਿਰ ਤੇਰੇ ਕਾਰਜ ਕੋਈ, ਇਹਦਾ ਮਤਲਬ ਕਿ ਇਹ ਸਵਾਰੇ ਗਏ ਆਲਰੇਡੀ। ਔਰ ਇੱਥੇ ਨਾ ਦੇ ਰਾਹ ਤੇ ਚੱਲਣ ਦਾ ਮਤਲਬ ਹੀ ਹੈ ਨਿੱਜਰ ਸਾਹਿਬ, ਤੇਰੇ ਕਾਰਜ ਸਵਾਰੇ ਗਏ। ਹਾਂਜੀ, ਇੱਥੇ ਗੋਰਖੀ ਸਾਹਿਬ ਇੱਕ ਗੱਲ ਦੇਖੀਏ ਆਪਾਂ, ਇੱਥੇ ਨਾ ਕਾਜ ਜਿਹੜਾ ਜੱਜੇ ਨੂੰ ਔਂਕੜ ਲੱਗੀ ਆ, ਇੱਕ ਨੂੰ ਵੀ ਔਂਕੜ ਲੱਗੀ ਆ, ਇੱਕੋ ਹੀ ਕੰਮ ਹੈਗਾ।
ਇੱਕੋ ਹੀ ਕੰਮ ਸਵਾਰਿਆ ਗਿਆ ਤੇ ਸਾਰੇ ਕਾਜ ਸਵਾਰੇ ਜਾਣੇ ਆ। ਉਹੀ ਕੰਮ ਆ। ਜਦ ਤੱਕ ਮੇਰੀ ਕਰਦੇ ਆ ਉਹ ਕੰਮ ਨਹੀਂ ਸਵਾਰਿਆ ਜਾਣਾ। ਤਬ ਲਗ ਕਾਜ ਏਕ ਨਹੀਂ ਸਰੇ। ਇੱਕ ਕੰਮ ਨਹੀਂ ਸਰਦਾ। ਇੱਕ ਦੇ ਕੱਕੇ ਨੂੰ ਔਂਕੜ ਲੱਗਿਆ ਬਈ ਇੱਕ ਕੰਮ ਜਿਹੜਾ ਹੈਗਾ, ਸਿਰਫ ਇੱਕ ਕੰਮ ਵਾਸਤੇ ਆਇਆ ਤੂੰ ਦੁਨੀਆ ਦੇ ਵਿੱਚ, ਉਹ ਕੰਮ ਤੇਰਾ ਨਹੀਂ ਪੂਰਾ ਹੋਣਾ, ਸਵਰਨਾ ਨਹੀਂ ਹੈਗਾ। ਜੇ ਤੂੰ ਜਿਹੜਾ ਮੇਰੀ ਕਰੇਗਾ, ਜੇ ਤੂੰ ਹਉਮੈ ਤੇ ਵਰਕਆਊਟ ਨਹੀਂ ਕਰੇਗਾ। ਜਬ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰੇ ਆਏ। ਜਦ ਮੇਰੀ ਮਿਟ ਜਾਊਗੀ ਤੇ ਉਹ ਪਰਮਾਤਮਾ ਨੇ ਕਾਜ, ਫਿਰ ਕਾਜ ਦੇ ਜੱਜੇ ਨੂੰ ਔਂਕੜ ਲੱਗੀ ਆ, ਮਾਲਕ ਨੇ ਆਪ ਆ ਕੇ ਤੇਰਾ ਕਾਜ ਸਵਾਰ ਦੇਣਾ ਹੈ ਭਾਈ। ਹਾਂਜੀ ਵੀਰ ਜੀ। ਹਾਂਜੀ ਬਿਲਕੁਲ ਠੀਕ ਹੈ ਜੀ। ਪ੍ਰਮਾਤਮਾ ਉਸ ਬੰਦੇ ਨੂੰ ਪਸੰਦ ਕਰਦਾ ਜਿਹਦੇ ਅੰਦਰ ਹਉਮੈ ਖਤਮ ਹੋ ਜਾਂਦੀ ਹੈ, ਮੇਰਾ ਭਾਵ, ਮੇਰੀ ਜਾਂ ਮੇਰਾ ਭਾਵ ਖਤਮ ਹੋ ਜਾਂਦਾ। ਦੇਖੋ ਇਹ ਚੀਜ਼ ਨੂੰ, ਕਿਉਂਕਿ ਮੇਰੀ ਤੇ ਮੈਂ ਭਾਵ ਦਾ ਮਤਲਬ ਹੀ ਹੈ ਕਿ ਤੁਸੀਂ ਇੱਕ ਆਪਣਾ ਰਾਹ ਬਣਾ ਕੇ ਬਹਿ ਗਏ ਜੋ, ਤੁਸੀਂ ਬ੍ਰਹਮ ਤੋਂ ਲੱਗ ਜਿਓ। ਬਿਲਕੁਲ ਆਪਣੀ ਹੋਂਦ ਬਣਾ ਲਈ ਹੈ। ਹਾਂ, ਆਪਣੀ ਹਸਤੀ ਬਣ ਗਈ ਆ ਆਪਣੀ। ਬਸ ਉਹ ਮਾਲਕ ਦੇ ਪੈਰਲਲ ਆ ਗਏ ਨਾ, ਆਪਾਂ ਤਾਂ ਮਾਲਕ ਹੋ ਗਏ ਨਾ ਫਿਰ। ਸਹੀ ਗੱਲ ਹੈ। ਆਪਾਂ ਵੀ ਕਰਤਾ ਹੋ ਗਏ, ਆਪਾਂ ਭਾਵੇਂ ਝੂਠੇ ਹੋ ਗਏ, ਹੋ ਤਾਂ ਗਏ ਕਰਤਾ। ਹਾਂਜੀ ਹਾਂ, ਔਰ ਕੁਝ ਇਦਾਂ ਦਾ ਕਰ ਰਿਹਾ ਜਿਹੜਾ ਪ੍ਰਕਿਰਤੀ ਦੇ ਬਰਖਲਾਫ ਆ। ਬਿਲਕੁਲ ਕੋਈ ਏਡਾ ਵਧੀਆ ਨਹੀਂ ਕੰਮ ਕਰ ਰਿਹਾ। ਜਦੋਂ ਮੈਂ ਤੇ ਮੇਰੀ ਆ ਗਈ ਨਾ, ਫਿਰ ਆਪਾਂ ਬਹੁਤ ਕੁਝ ਉਲਟੇ ਪੁਲਟੇ ਕੰਮ ਕਰਦੇ ਆ। ਫਿਰ ਉਹ ਜਿਹੜੇ ਕਰਮ ਕਰਦੇ ਆ, ਫਿਰ ਉਹਦੀ ਜ਼ਿੰਮੇਵਾਰੀ ਵੀ ਖੁਦ ਤੇ ਕੀਤੇ ਆ, ਇਹਨੇ ਹੋਰ ਨੇ ਤੇ ਕੀਤੇ ਨਹੀਂ ਨਾ। ਬਿਲਕੁਲ ਸਹੀ ਗੱਲ ਹੈ। ਹਾਂ, ਅਗਲੀ ਤੋਂ ਕਬਲ ਨਹੀਂ ਜੈਸਾ। ਹਾਂ, ਐਸਾ ਗਿਆਨ ਵਿਚਾਰ ਮਨਾ। ਹੇ ਮੇਰੇ ਮਨਾ, ਤੂੰ ਇਸ ਗੱਲ ਤੇ ਵਰਕਆਊਟ ਕਿਉਂ ਨਹੀਂ ਕਰ ਰਿਹਾ? ਤੂੰ ਆਪਣੇ ਆਪ ਨੂੰ ਕਿਉਂ ਨਹੀਂ ਸਮਝ ਰਿਹਾ? ਆਪਣੀ ਹਉਮੈ ਨੂੰ ਜਿਹੜਾ ਹੈਗਾ ਕਿਉਂ ਨਹੀਂ ਐਡਮਿਟ ਕਰਨਾ ਚਾਹੁੰਦਾ? ਤੇਰੇ ਅੰਦਰ ਆਹ ਦੋਸ਼ ਹੈਗਾ, ਆਪਣੇ ਦੋਸ਼ ਨੂੰ ਤੂੰ ਐਡਮਿਟ ਹੀ ਨਹੀਂ ਕਰ ਰਿਹਾ। ਆਪਾਂ ਤਾਂ ਐਡਮਿਟ ਹੀ ਨਹੀਂ ਕਰ ਰਹੇ। ਆਪਾਂ ਕਹਿੰਦੇ ਹਉਮੈ ਤਾਂ ਦੂਜੇ ਦੇ ਵਿੱਚ ਹੈ, ਮੇਰੇ 'ਚ ਤਾਂ ਹੈ ਹੀ ਨਹੀਂ ਆ। ਮੈਂ ਤਾਂ ਬੜਾ ਜਿਹੜਾ ਦੁੱਧ ਦਾ ਧੋਤਾ ਹੈ। ਬਿਲਕੁਲ, ਮੈਂ ਤਾਂ ਸਾਰਾ ਦੋਸ਼ ਤਾਂ ਦੂਸਰੇ ਦੇ, ਹਉਮੈ ਤਾਂ ਇਹਦੇ ਵਿੱਚ, ਸਾਹਮਣੇ ਵਾਲਿਆਂ ਦੇ ਵਿੱਚ, ਮੇਰੇ 'ਚ ਥੋੜ੍ਹੀ ਨਾ ਹੈਗੀ। ਐਸਾ ਗਿਆਨ ਵਿਚਾਰ ਮਨਾ, ਕਹਿੰਦੇ ਮੇਰੇ ਮਨਾ ਵਿਚਾਰ ਲਾ, ਆਪਣੇ ਆਪ ਨੂੰ ਦੇਖ। ਆਪਣੇ ਆਪ ਨੂੰ ਤੂੰ ਆਪ ਹੀ ਧੋਖਾ ਨਾ ਦੇ। ਦੂਜਾ ਕੋਈ ਧੋਖਾ ਦੇ ਤੇ ਮੰਨ ਲਿਆ, ਤੂੰ ਤਾਂ ਆਪਣੇ ਆਪ ਨੂੰ ਆਪ ਹੀ ਧੋਖਾ ਦੇ ਰਿਹਾ ਹੈ। ਐਸਾ ਗਿਆਨ ਵਿਚਾਰ ਮਨਾ, ਹਰ ਕੀ ਨਾ ਸਿਮਰੋ ਦੁੱਖ ਭੰਜਨਾ। ਦੇਖ, ਬਿਲਕੁਲ ਸਫੇਦ ਝੂਠ ਬੋਲ ਰਿਹਾ ਹੈ ਆਪਣੇ ਆਪ ਦੇ ਨਾਲ। ਕਹਿੰਦੇ ਪਰਮਾਤਮਾ ਦਾ ਧਿਆਨ ਸਿਮਰਨ ਸ਼ੁਰੂ ਕਰ ਦੇ ਔਰ ਆਪਣੇ ਆਪ ਨੂੰ ਸੱਚ ਮਾਲਕ ਦੇ ਅੱਗੇ ਐਡਮਿਟ ਕਰ। ਆਪਣੇ ਅੰਦਰ ਆਪਣੇ ਆਪ ਨੂੰ ਐਡਮਿਟ ਕਰ, ਆਪਣੇ ਅੰਦਰ ਆਪਣੇ ਆਪ ਨੂੰ ਵੀ ਮੇਰੇ ਅੰਦਰ ਆ ਦੋਸ਼ ਹੈ ਔਰ ਇਸ ਦੇ ਉੱਤੇ ਵਰਕਆਊਟ ਕਰ। ਆ ਜੀਵਨ ਤੈਨੂੰ ਮਿਲਿਆ ਆ, ਇਹ ਇਸੇ ਵਾਸਤੇ ਮਿਲਿਆ ਹੋਇਆ ਹੈ। ਰਹਾਓ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਫਿਰ ਕਹਿੰਦੇ ਐਸਾ ਗਿਆਨ ਵਿਚਾਰ ਮਾਨਾ, ਹਰ ਕੀ ਨਾ ਸਿਮਰੋ ਦੁੱਖ ਭੰਜਣਾ। ਤੇ ਕਹਿੰਦੇ ਤੂੰ ਮਤਲਬ ਐਸਾ ਗਿਆਨ ਵਿਚਾਰ, ਤੂੰ ਇਦਾਂ ਦਾ ਗਿਆਨ ਕਿਉਂ ਨਹੀਂ ਵਿਚਾਰਦਾ? ਹਰ ਦਾ ਸਿਮਰਨ ਕੀਰਤਨ ਕਰਨਾ ਹੀ ਤੇ ਦੁੱਖਾਂ ਨੂੰ ਅੰਤ ਕਰਨਾ ਹੈ। ਬਿਲਕੁਲ, ਕਿ ਜਦ ਤੱਕ ਤੂੰ ਹਰ ਦਾ ਨਾਮ ਨਹੀਂ ਜਪੇਂਗਾ ਤੇਰੇ ਦੁੱਖਾਂ ਦਾ ਅੰਤ ਨਹੀਂ ਹੋਣਾ, ਕਿਉਂਕਿ ਤੇਰੇ ਚ ਮੈਂ ਤੇ ਮੇਰੀ ਹੈ। ਔਰ ਜਦੋਂ ਉਹਨੂੰ ਜਪੇਂਗਾ ਤੇ ਆਟੋਮੈਟਿਕਲੀ ਮੈਂ ਤੇ ਮੇਰੀ ਖਤਮ ਹੋ ਜਾਣੀ ਹੈ। ਵਿਰਾਗ ਪੈਦਾ ਹੋ ਜਾਣਾ ਤੁਹਾਡੇ ਅੰਦਰ। ਭਗਤੀ ਵਿਰਾਗ ਕਰਦੀ ਹੈ, ਪੈਦਾ ਕਰਦੀ ਹੈ। ਬਿਲਕੁਲ। ਔਰ ਜਦੋਂ ਮੈਂ ਮੇਰੀ ਖਤਮ ਹੋ ਗਈ ਤੇ ਫਿਰ ਦੁੱਖ ਆਪਣੇ ਆਪ ਹੀ ਖਤਮ ਹੋ ਜਾਣੇ ਆ। ਦੁੱਖ ਦਾ ਮਤਲਬ ਪਤਾ ਕੀ ਆ? ਦੁੱਖ ਦਾ ਮਤਲਬ ਕਿ ਤੁਹਾਡਾ ਜਨਮ ਹੋ ਗਿਆ, ਦੁੱਖ ਸ਼ੁਰੂ ਹੋ ਗਏ। ਤੁਸੀਂ ਜਨਮ ਲੈ ਲਿਆ, ਸਮਝ ਲਓ ਤੁਸੀਂ ਫਸ ਗਏ। ਸੁਖੀ ਕੌਣ ਆ? ਜਿਹੜਾ ਇਹ ਜਨਮ ਮਰਨ ਤੋਂ ਮੁਕਤ ਹੋ ਗਿਆ। ਦੁਖੀ ਕੌਣ ਹੈ? ਜਿਹੜਾ ਜੰਮਣ ਚ ਆ ਗਿਆ ਨਿਜਰ ਸਾਹਿਬ, ਉਹੀ ਦੁੱਖ ਚ। ਦੁੱਖ ਦਾ ਮਤਲਬ ਸਾਡਾ ਜਨਮ ਹੋ ਗਿਆ ਤੇ ਦੁੱਖ ਸ਼ੁਰੂ ਹੋ ਗਏ। ਉਸ ਤੋਂ ਬਾਅਦ ਅਸੀਂ ਪਿੱਛੇ ਥੋੜੀ ਜਾਣਾ, ਅਸੀਂ ਗਾਂਹ ਹੀ ਤੁਰੇ ਜਾਣਾ। ਮੈਂ ਮੇਰੀ ਕਰਕੇ, ਮੈਂ ਨਿੱਕੇ, ਕੱਲ ਵੇਖੋ ਨਿੱਕੇ ਨਿੱਕੇ ਜਾਨਵਰ, ਕੀੜੇ ਮੱਛੀਆਂ ਮੁੱਛੀਆਂ, ਸਾਰਿਆਂ ਚ ਮੈਂ ਹੈਗੀ ਆ। ਉਹ ਮੈਂ ਦੇ ਵਿੱਚ ਗਤੀ ਕਰਦੇ ਆ ਔਰ ਉਹਦੇ ਵਿੱਚ ਹੀ ਉਹ ਗਾਂਹ ਤੁਰਿਆ ਜਾਂਦਾ। ਹਰ ਇੱਕ ਚੀਜ਼ ਕਹਿੰਦੇ ਮੈਂ ਦੇ ਭਾਵ ਚ, ਜਿਹਨੇ ਆਪਣੀ ਹੋਂਦ ਬਣਾ ਲਈ ਆ, ਉਹ ਮੈਂ ਚ ਬੈਠਾ। ਜਿਹਨੂੰ ਢਿੱਡ ਲੱਗਾ ਵਾ ਉਹ ਵੀ ਮੈਂ ਹੀ ਆ। ਹੁਣ ਇੱਥੇ ਜਦੋਂ ਆਪਾਂ ਭਗਤੀ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਜਿਹੜਾ ਸਾਨੂੰ ਇੱਕ ਰੋਗ ਤੋਂ ਮੁਕਤੀ ਮਿਲਦੀ, ਉਹ ਮੈਂ ਤੋਂ ਮੁਕਤੀ ਮਿਲਦੀ। ਜਦੋਂ ਮੈਂ ਖਤਮ ਹੋ ਗਈ ਨਾ, ਮੈਂ ਦਾ ਮਤਲਬ ਇਹ ਨਹੀਂ ਕਿ ਤੁਸੀਂ ਆਪਣੀ ਚੀਜ਼ ਨੂੰ ਤੇ ਮੈਂ ਕਹਿਣਾ ਹੀ ਹੈ ਕਿ ਮੇਰਾ ਪਰਸ ਆ, ਮੇਰਾ ਬੈਗ ਆ, ਉਹ ਮੈਂ ਨਹੀਂ। ਮੈਂ ਆਪਾਂ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਹਉਮੈ ਦਾ ਇਸਤੇਮਾਲ ਕਰਦੇ ਹਾਂ। ਤੁਹਾਨੂੰ ਚੰਗੀ ਤਰ੍ਹਾਂ ਪਤਾ, ਤੁਸੀਂ ਕੋਈ ਵੀ ਗੱਲ ਕਰਦੇ ਹੋ ਨਾ, ਤੁਸੀਂ ਜਦੋਂ ਮੈਂ ਜੋੜਤੀ ਨਾ ਹਉਮੈ ਵਾਲੀ, ਤੁਹਾਨੂੰ ਪਤਾ ਲੱਗ ਜਾਣਾ ਕਿ ਇੱਥੇ ਮੈਂ ਕੁਛ ਜੋੜ ਦਿੱਤਾ। ਹੁਣ
ਇੱਕ ਆਮ ਗੱਲ ਨਹੀਂ ਰਹਿ ਗਈ, ਇੱਕ ਕੈਜੂਅਲ ਗੱਲ ਨਹੀਂ ਹੈ। ਹਾਂਜੀ, ਇੱਕ ਬਿਲਕੁਲ ਸ਼ਾਰਟ ਦੇ ਵਿੱਚ ਜੇ ਆਪਾਂ ਦੇਖੀਏ ਨਾ ਗੁਰਕੀ ਸਾਹਿਬ, ਜਿਹੜੇ ਵਿਚਾਰ ਹੈਗੇ ਨਾ ਇਹੀ ਮੈਂ ਹੈਗੀ ਆ, ਬਸ ਜਿਹੜੇ ਵਿਚਾਰ ਹੈਗੇ ਇਹੀ ਮੈਂ ਹੈਗੀ ਆ। ਹਾਂ, ਨਿੱਜੇ ਦੇ ਵਿਚਾਰ ਤੇ ਮੈਂ ਹੈਗੀ ਆ, ਪਰ ਜਿਹੜੀ ਆਪਣੇ ਜੀਵਨ ਦੇ ਵਿੱਚ ਨਿੱਜੇ ਸਾਹਿਬ ਆਪਾਂ ਬਹੁਤਾ ਕੁਝ ਜਿਹੜਾ ਮੈਂ ਕਰਕੇ ਹੀ ਕਰਦੇ ਆ। ਬਿਲਕੁਲ ਸਹੀ ਗੱਲ ਆ। ਆਪਾਂ ਚਾਹੇ ਵਿਚਾਰ ਦਾ ਵੀ ਚਿੰਤਨ ਤੇ ਕਰਦੇ ਆ ਨਾ। ਤੁਸੀਂ ਵੇਖੋ ਆਪਣੇ ਆਲੇ ਦੁਆਲੇ ਆਪਾਂ ਕਾਫੀ ਕੁਝ ਜਿਹੜਾ ਕੀਤਾ ਨਾ, ਕੇਵਲ ਆਪਣੇ ਮੈਂ ਨੂੰ ਸਟਰੋਂਗ ਕਰਨ ਵਾਸਤੇ ਕਿ ਮੈਂ ਸਪੈਸ਼ਲ ਹਾਂ, ਮੈਂ ਫਲਾਨਾ ਹਾਂ, ਮੈਂ ਢਿਮਕਾ ਹਾਂ। ਔਰ ਉਸ ਚੀਜ਼ ਨੂੰ ਉਹ ਬੰਦਾ ਆਪਣੇ ਪਦਾਰਥਾਂ ਨਾਲ, ਆਪਣੇ ਅਹੁਦੇ ਨਾਲ, ਆਪਣੇ ਰੁਤਬੇ ਦੇ ਨਾਲ ਜੋੜ ਕੇ ਉਹਨੂੰ ਸਟਰੋਂਗ ਕਰਦਾ ਹੈ। ਆਹ ਚੀਜ਼ ਜਿਹੜੀ ਮੇਰੇ ਕੋਲ ਹੈਗੀ ਲੋਕਾਂ ਕੋਲ ਨਹੀਂ ਹੈਗੀ, ਇਹ ਸੱਚ ਹੈਗਾ। ਹੁਣ ਵੀ ਵੇਖੋ ਤੁਸੀਂ, ਲੋਕੀ ਕਿਉਂ ਵੱਡਾ ਘਰ ਬਣਾਉਂਦਾ, ਉਹਦਾ ਕਾਰਨ ਤੇ ਇਹੋ ਹੀ ਹੈ ਨਾ ਕਿ ਮੇਰੇ ਕੋਲ ਵੱਡਾ ਘਰ ਆ, ਹੋਰ ਨਹੀਂ ਕਿਉਂ ਹੋਏਗਾ। ਪਰ ਇੱਕ ਸਮਾਂ ਆਉਂਦਾ ਜਦੋਂ ਤੁਹਾਡੇ ਘਰ ਤੋਂ ਕਿਹਨੇ ਵੱਡਾ ਘਰ ਬਣਾਤਾ, ਫਿਰ ਮੈਨੂੰ ਬਹੁਤ ਠੋਸ ਵੱਜਦੀ ਹੈ। ਉਹ ਫਿਰ ਕੋਸ਼ਿਸ਼ ਕਰਦਾ ਫਿਰ ਵੱਡਾ ਕੋਈ ਹੋਰ ਬਣਾਇਆ ਜਾਵੇ, ਕੋਈ ਏਦਾਂ ਦੀ ਚੀਜ਼ ਲਿਆਂਦੀ ਜਾਵੇ ਜਿਹੜੀ ਲੋਕਾਂ ਕੋਲ ਨਹੀਂ ਹੈਗੀ। ਔਰ ਇਹ ਅਸੀਂ ਨਹੀਂ, ਇੱਥੇ ਕਈਆਂ ਦੇਸ਼ਾਂ ਦੇ ਰਾਜੇ ਇਸੇ ਚੱਕਰਾਂ 'ਚ ਪਏ ਨੇ। ਉਹ ਏਦਾਂ ਦੇ ਨਾਟਕ ਕਰਦੇ ਨੇ ਜਿਹਦੇ ਕਰਕੇ ਮੈਂ ਸਟਰੋਂਗ ਰਵੇ। ਪਰ ਤੁਹਾਨੂੰ ਪਤਾ ਸਮੇਂ 'ਚ ਕੋਈ ਨਾ ਕੋਈ ਚੀਜ਼ ਉੱਡਦੀ ਤੇ ਹੋਣੀ ਆ। ਪਹਿਲਾਂ ਵੇਖੋ ਕਿੰਨੀਆਂ ਬਿਲਡਿੰਗਾਂ ਉੱਚੀਆਂ ਬਣੀਆਂ, ਤੇ ਹੁਣ ਇਹਨਾਂ ਦੁਬਈ ਵਾਲਿਆਂ ਨੇ ਇੱਕ ਉਹ ਟਾਵਰ ਬਣਾਇਆ, ਬੁਰਜ ਖਲੀਫਾ, ਤੇ ਉਹ ਵੀ ਇਸੇ ਲਈ ਬਣਾਇਆ ਵਾ ਕਿ ਕੁਝ ਸਮੇਂ ਤੱਕ ਮੈਂ ਜਿਹੜੀ ਹਉਮੈ ਆ ਸਟਰੋਂਗ ਰਵੇ, ਲੋਕਾਂ ਦੇ ਵਿੱਚ ਸਭ ਤੋਂ ਉੱਚੀ ਬਿਲਡਿੰਗ ਮੇਰੀ ਰਵੇ। ਪਰ ਇੱਕ ਸਮਾਂ ਆਊਗਾ ਕਿਸੇ ਨੇ ਹੋਰ ਤੋਂ ਉੱਚੀ ਬਣਾ ਦੇਣੀ ਆ। ਇੰਨੇ ਚ ਸਭ ਸਾਰਾ ਕੁਝ ਮੈਂ ਦੇ ਲਈ ਚੱਲਦਾ। ਇੱਥੋਂ ਤੱਕ ਵੇਖੋ ਦੇਸ਼ ਪਏ ਨੇ ਮੈਂ ਦੇ ਵਿੱਚ, ਕਿੱਡੇ ਕਿੱਡੇ ਦੇਸ਼ ਨੇ, ਉਹ ਚਾਹੁੰਦੇ ਨੇ ਕਿ ਮੈਂ ਨੰਬਰ 1 ਤੇ ਰਵਾਂ। ਦੂਜੇ ਮੇਰੇ ਲਾਗੇ ਨਾ ਆਉਣ। ਜੇ ਕੋਈ ਆਉਂਦਾ ਹੈ ਫਿਰ ਉਹਨੂੰ ਕਿਸੇ ਤਰੀਕੇ ਨਾਲ ਨੱਪਦੇ ਨੇ ਜਾਂ ਉਹਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਦੇ ਨੇ। ਇਹ ਸਾਰੀ ਹਉਮੈ ਦੇ ਵਿੱਚ ਬੰਦਾ ਕੀ ਵੱਡੇ ਵੱਡੇ ਦੇਸ਼ ਇਸ ਚੱਕਰਾਂ 'ਚ ਫਸੇ ਹੋਏ ਨੇ। ਉਹ ਚਾਹੁੰਦੇ ਨੇ ਕਿ ਨੰਬਰ 1 ਤੇ ਰਹੀਏ। ਵਿਚਾਰ ਵਿਚਾਰ ਜਿਹੜੇ ਜਨਰੇਟ ਹੀ, ਮੈਂ ਤੋਂ ਤਾਂ ਵਿਚਾਰ ਜਨਰੇਟ ਹੁੰਦੇ ਆ ਨਾ, ਮੈਂ ਤੋਂ ਹੀ ਤਾਂ ਵਿਚਾਰ ਜਨਰੇਟ ਹੋਏ। ਨਿੱਜਰ ਸਾਹਿਬ ਮੈਂ ਦਾ ਮਤਲਬ ਹੀ ਇਹੋ ਹੈ ਕਿ ਤੁਹਾਡਾ ਅੰਦਰ ਚਿੰਤਨ, ਉਹ ਚਿੰਤਨ ਵੀ ਉਸੇ ਹਉਮੈ ਨੂੰ ਸਟਰੋਂਗ ਕਰਦਾ ਹੈ। ਬਿਲਕੁਲ। ਇੱਕ ਤਰੰਗ ਡੁੱਬਦੀ ਹੈ 10 ਹੋਰ ਪੈਦਾ ਕਰਦੀ। ਹਾਂਜੀ ਨਿੱਜਰ ਸਾਹਿਬ। ਐਸਾ ਗਿਆਨ ਵਿਚਾਰ ਮਨਾ ਹਰ ਕੀ ਨਾ ਸਿਮਰੋ ਦੁੱਖ ਪੰਜਨਾ ਰਹਾਓ, ਜਬ ਲਗ ਸਿੰਘ ਰਹੇ ਬਨ ਮਾਹੇ। ਸਿੰਘ ਮਤਲਬ ਜਿਹੜਾ ਹੈ ਮਨ, ਮਨ ਮਤਲਬ ਮੈਂ ਮੇਰੀ, ਮਨ ਮਤਲਬ ਮੈਂ ਮੇਰੀ। ਜਬ ਲਗ ਸਿੰਘ ਰਹੇ ਬਨ ਮਾਹੇ, ਤਬ ਲਗ ਬਨ ਫੂਲੇ ਹੀ ਨਾਹੇ। ਕਹਿੰਦੇ ਨਹੀਂ ਫੁੱਲ ਸਕਦਾ ਭਾਈ, ਤੇਰੇ ਅੰਦਰ ਖੁਸ਼ਹਾਲੀ ਆ ਹੀ ਨਹੀਂ ਸਕਦੀ ਭਾਈ। ਤੇਰੇ ਅੰਦਰ ਅੰਮ੍ਰਿਤ, ਤੇਰੇ ਅੰਦਰ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਤੱਕ ਦੀ ਤੇਰੀ ਯਾਤਰਾ, ਤੇਰੀ ਆਤਮਾ ਦੀ ਆਤਮ ਬੋਧ ਤੈਨੂੰ ਹੋ ਹੀ ਨਹੀਂ ਸਕਦਾ ਜਦ ਤੱਕ ਮੈਂ ਹੈਗੀ ਤੇਰੀ। ਜਬ ਲਗ ਸਿੰਘ ਰਹੇ ਬਨ ਮਾਹੇ, ਜਦ ਤੱਕ ਇਹ ਸ਼ੇਰ ਹੈਗਾ ਮੈਂ ਮੇਰੀ ਵਾਲਾ ਪਿਆਰਿਆ, ਤਬ ਲਗ ਬਨ ਫੂਲੇ ਹੀ ਨਾਹੇ। ਬਸ ਇਹਦੇ ਨਾਲ ਇਹਦੇ ਕੋਲ ਬੜੀ ਤਗੜੀ ਫੌਜ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ। ਜਬ ਸਿਆਰ ਸਿੰਘ ਕੋ ਖਾਏ, ਫੂਲ ਰਹੀ ਸਗਲੀ ਬਨ ਰਾਏ। ਜਦ ਜਿਹੜਾ ਸਿਆਰ ਜਿਹੜਾ ਹੈਗਾ, ਸਿਆਰ ਕੌਣ ਆ? ਤੇਰਾ ਧਿਆਨ ਸਿਮਰਨ, ਵਿਚਾਰ ਬੰਦ ਕਰ ਦਿੱਤੇ, ਬਸ ਇਹ ਸਿੰਘ ਜਿਹੜਾ ਹੈਗਾ ਇਹ ਵੇਧਿਆ ਜਾਣਾ ਹੈ। ਜਦ ਤੂੰ ਸੁਰਤ ਜਿਹੜੀ ਹੈਗੀ ਆਪਣੀ ਆਤਮਾ ਵੱਲ ਨੂੰ ਲੈ ਕੇ ਚੱਲ ਪਿਆ, ਇਹ ਸਿੰਘ ਜਿਹੜਾ ਹੈਗਾ ਇਹਨੇ ਮਰ ਜਾਣਾ। ਫਿਰ ਸਿੰਘ ਨੇ ਇਹਨੇ ਮੇਮਣਾ ਬਣ ਜਾਣਾ ਫਿਰ ਉਸ ਟਾਈਮ। जब लग सिंह रहे बन माहे, तब लग बन फूले ही नाहे। जब ही सियार सिंह को खाए, वो सियार भी ज़्यादा सियार नहीं लिखिया, ज़्यादा सियार नहीं लिखिया। मैं तो हुण देखिया गोरखी साहब, सियार दे उत्ते तो औंकड़ लगी हुई है। बस इक्को ही सियार आ पाए, इक्को ही सियार आ। निम्रता, गरीबी गदा हमारी, खन्ना सगल रेन छारी। इससे आगे को ना टिके विकारी। बस कोई विकारी टिक ही नहीं सकता। आ सियार आ पाई, जब ही सियार सिंह को खाए, फूल रही सगली बन राय। निम्रता धारण कर ली, मैं मेरी छड़ दी, बस सारी दी सारे गेम जीती गई पाई। खुशहाल हो गया जीवन। सारी बन राय कहते बनस्पति, बनस्पति केड़ी अपने अंदर चंगे गुण, सारे चंगे गुण फुल गए। सारे अंदर जिहड़े हैगे आ, जित हो गई इंसान दी, प्रकृति जिहड़ी झुक गई। हाँ जी वीर जी। हाँ जी ठीक है जी। ऊपर कहने जब लग सिंह रहे मन माहे,
तब लग बन फूले ना है। फूले ही ना है, बिल्कुल नहीं फूलूगा। जद तक कहते तेरे जीवन च हौमे हैगी, हंकार है गया, ते तेरा ਜਿਹੜਾ ਜੀਵਨ ਰੂਪੀ ਜਿਹੜਾ ਬਾਗ ਆ ਉੱਥੇ ਫੁੱਲ ਨਹੀਂ ਖਿੜਨੇ ना, बिल्कुल नहीं। ਹਾਂ, ਕਿਉਂਕਿ ਉਹ ਇੱਕ ਹੀ ਐਸੀ ਖਤਰਨਾਕ ਚੀਜ਼ ਆ, ਉਹਨੇ ਹਰ ਚੀਜ਼ ਨੂੰ ਤਪਾ ਦੇਣਾ ਹੈ। ਤੂੰ ਜਿੱਥੇ ਜਾਏਗਾ ਤੇਰੀ ਗੱਲ ਚ ਉਹ ਚੀਜ਼ ਨੇ ਪ੍ਰਗਟ ਹੋਣਾ ਹੈ, ਤੇਰੇ ਬੋਲਣ ਚ, ਤੇਰੇ ਖਲੋਣ ਚ, ਤੇਰੇ ਕੱਪੜੇ ਪਾਉਣ ਚ, ਤੇਰੇ ਘਰ ਬਣਾਉਣ ਚ, ਹਰ ਜਗ੍ਹਾ ਚ ਤੂੰ ਉੱਥੇ ਹੰਕਾਰ ਤੇਰਾ ਖੜਾ ਹੋ ਰਿਹਾ। ਜਦੋਂ ਤੂੰ ਹੰਕਾਰ ਦੇ ਵਿੱਚ ਜੀਵਨ ਬਤੀਤ ਕਰੇਗਾ ਤੇ ਫਿਰ ਬਨ ਤੇ ਸ਼ਾਂਤ, ਤੈਨੂੰ ਆਨੰਦ ਕਿੱਥੋਂ ਮਿਲਣਾ ਹੈ? ਕਿਉਂਕਿ ਤੂੰ ਐਸੀਆਂ ਬੇਵਕੂਫੀਆਂ ਕਰੀ ਜਾਣੀਆਂ ਵਾ ਜਿਨ੍ਹਾਂ ਦੇ ਮਗਰ ਕੋਈ ਕਾਰਨ ਨਹੀਂ ਹੈਗਾ ਨਿਜਰ ਸਾਹਿਬ, ਕੇਵਲ ਹੰਕਾਰ ਦੀ ਪੂਰਤੀ। ਬਿਲਕੁਲ। ਕਈ ਬੰਦੇ ਵੇਖਿਆ, ਕਈ ਘਟੀਆ ਜਿਹੇ ਵਿੰਗੇ ਢਿੱਡ ਜਿਹੇ ਕੱਪੜੇ ਪਾ ਲੈਂਦੇ ਨੇ, ਇਹ ਜੀ ਕੀ ਹੈ ਜੀ? ਫੈਸ਼ਨ ਹੈ। ਉਹ ਕਾਹਦਾ ਫੈਸ਼ਨ ਹੈ? ਬੰਦਾ ਸਾਦਗੀ ਤੋਂ ਜਿੰਨਾ ਬੰਦਾ ਦੂਰ ਜਾਂਦਾ ਨਾ ਨਿਜਰ ਸਾਹਿਬ, ਹਾਂਜੀ ਹਾਂਜੀ, ਉਹਨਾਂ ਬੰਦਾ ਦੁਖੀ ਤੇ ਪਰੇਸ਼ਾਨ ਹੁੰਦਾ। ਹਾਂਜੀ ਬਿਲਕੁਲ। ਮੈਂ ਨਾ ਬਹੁਤ ਹੈਰਾਨ ਹੋ ਗਿਆ ਗੋਰਖੀ ਸਾਹਿਬ ਆ ਦੇਖ ਕੇ ਨਾ, ਆ ਮੈਨੂੰ ਨਾ ਇੰਨਾ ਜ਼ਿਆਦਾ ਖੁਸ਼ੀ ਆ ਰਹੀ ਹੈ ਕਿ ਕਬੀਰ ਜੀ ਨੇ ਇੰਨਾ ਜਿਹੜਾ ਹੈਗਾ, ਕਹਿੰਦੇ ਤੂੰ ਮਿੱਤਰਾ ਦੇਖ, ਇੱਕ ਸਿਰਫ ਗੁਣ ਧਾਰਨ ਕਰ, ਇੱਕ ਗੁਣ ਲੈ ਲਾ ਬਸ, ਮੈਂ ਤੈਨੂੰ ਜ਼ਿਆਦਾ ਕੁਛ ਨਹੀਂ ਕਹਿੰਦਾ, ਸਿਰਫ ਤੂੰ ਨਿਮਰਤਾ ਧਾਰਨ ਕਰ ਲਾ ਬਸ। ਆਹ ਸਿਆਰ ਨੂੰ ਜਿਹੜਾ ਹੈਗਾ ਲੈ ਆਪਣੇ ਅੰਦਰ, ਜਬ ਇਹ ਸਿਆਰ ਸਿੰਘ ਕੋ ਖਾਏ, ਬਸ ਇਹਨੇ ਸਾਰਾ ਕੁਝ ਕਰ ਦੇਣਾ। ਨਿਮਰਤਾ ਨੇ ਇਹ ਹਉਮੈ ਸਾਰੀ ਤੇਰੀ ਗੇਮ ਹੀ ਜਿਤਾ ਦੇਣੀ ਹੈ ਤੈਨੂੰ, ਸਿਰਫ ਤੂੰ ਨਿਮਰਤਾ ਲੈ ਆ ਬਸ। ਉਹੀ ਗੱਲ ਕਬੀਰ ਜੀ ਕਹਿ ਰਿਹਾ, ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਬੂਝਣ ਬੂਝਿਆ ਮੀਤ ਹਮਾਰਾ ਸੋਏ। ਬਸ ਆਹੀ ਇੱਕੋ ਹੀ ਗੱਲ ਆ, ਸਿਰਫ ਜਿਹੜੀ ਗੇਮ ਜਿੱਤਣ ਦੀ। ਕਿੰਨਾ ਦੇਖੋ ਕਿੰਨਾ ਸੁਖੈਨ ਕਰ ਦਿੱਤਾ, ਇੱਕ ਜਗ੍ਹਾ 'ਤੇ ਲੈ ਆਂਦਾ ਆਪਾਂ ਨੂੰ। ਇੱਕ ਗੁਣ ਵੀ ਨਹੀਂ ਆਪਾਂ ਲੈ ਸਕਦੇ ਕਿ ਆਪਾਂ ਨਿਮਰਤਾ ਨਹੀਂ ਧਾਰਨ ਕਰ ਸਕਦੇ। ਬਸ ਇੱਥੇ ਹੀ ਹੈਗੀ ਗੱਡੀ ਖੜੀ ਹੋਈ ਪਾਏ, ਆਹੀ ਹੈਗੀ ਜਗ੍ਹਾ ਜਿੱਥੋਂ ਆਪਾਂ ਨੇ ਜਿਹੜਾ ਹੈਗਾ ਇਹ ਗੁਣ ਆ ਗਿਆ ਤੇ ਸਾਰਾ ਕੁਝ ਆਪਣੀ ਗੱਡੀ ਅੰਦਰ ਨੂੰ ਬਹੁਤ ਤੇਜ਼ੀ ਨਾਲ ਤੁਰ ਪਏਗੀ। ਹਾਂਜੀ ਵੀਰ ਜੀ। ਹਾਂਜੀ ਨਿਜਰ ਸਾਹਿਬ, ਜਿਹੜੀ ਨਿਮਰਤਾ ਨਾ, ਇਹ ਭਗਤੀ ਤੋਂ ਬਿਨਾਂ ਤੁਹਾਡੇ ਅੰਦਰ ਪੈਦਾ ਨਹੀਂ ਹੋ ਸਕਦੀ। ਨਿਮਰਤਾ ਨਾ ਏਦਾਂ ਆਪਾਂ ਉਹ ਕਹਿੰਦੇ ਨੇ, ਮਸਕੀਨ ਸਾਹਿਬ ਦੀ ਗੱਲ ਹੈ ਜੋ ਵੀ ਮੈਨੂੰ ਚੇਤੇ ਆਉਂਦਾ, ਉਹ ਕਹਿੰਦੇ ਆ ਕਿ ਮੈਂ ਤੁਹਾਡੇ ਪੈਰਾਂ ਦੀ ਖਾਕ ਹੈ। ਉਹ ਕਹਿੰਦੇ ਮਸਕੀਨ ਸਾਹਿਬ ਕਹਿੰਦੇ ਤੂੰ ਪੈਰਾਂ ਦੀ ਨਹੀਂ, ਤੂੰ ਸਿਰ ਦੀ ਖਾਕ ਹੈਗਾ। ਬਿਲਕੁਲ ਸਹੀ ਗੱਲ। ਕਹਿੰਦਾ ਬਾਬਾ ਜੀ ਕੀ ਕਹਿਤਾ ਜੀ? ਕਹਿੰਦਾ ਤੂੰ ਖੁਦ ਕਹਿੰਦਾ ਆਪਣੇ ਆਪ ਨੂੰ ਤੈਨੂੰ ਬੜਾ ਚੰਗਾ ਲੱਗਦਾ, ਤੇ ਮੈਂ ਤੈਨੂੰ ਕਹਿਤਾ ਤੂੰ ਸੱਚੀ ਖਾਕ ਹੈਗਾ। ਤੇ ਨਿਜਰ ਸਾਹਿਬ ਉਹ ਅਸਲ ਚ ਫੀਲਿੰਗ ਲੈਂਦਾ ਬੰਦਾ ਨਾ। ਬਿਲਕੁਲ। ਮੈਂ ਜੀ ਗਰੀਬ ਆ, ਮੈਂ ਮਸਕੀਨ ਆ, ਇਹ ਲੋਕ ਏਦਾਂ ਵੀ ਸ਼ਰਾਰਤਾਂ ਕਰਦੇ ਆ। ਮਤਲਬ ਨਾ ਜਿੱਦਾਂ ਦੋ ਬੰਦੇ ਲੜਦੇ ਹੋਣ, ਇੱਕ ਸ਼ਰਾਰਤੀ ਜਿਹੜਾ ਹੁੰਦਾ ਜਾਣ ਕੇ ਦੂਜੇ ਨੂੰ ਪਰੇਸ਼ਾਨ ਕਰਨਾ ਚਾਹੁੰਦਾ, ਉਹ ਕਹਿੰਦਾ ਚੱਲ ਮੰਨਿਆ ਤੂੰ ਜਿੱਤ ਗਿਆ। ਅਸਲ ਚ ਤੇ ਉਹਨੂੰ ਇਹ ਕਹਿਣਾ ਚਾਹੁੰਦਾ ਕਿ ਤੂੰ ਹਾਰ ਗਿਆ, ਪਰ ਉਦਾਂ ਹੀ ਕਹਿ ਦੇਣਾ ਕਿ ਤੂੰ ਜਿੱਤ ਗਿਆ, ਜਾਂ ਤੂੰ ਜਿੱਤ ਗਿਆ। ਉਹ ਹਿਸਾਬ ਸਾਡਾ ਵਾ ਕਿ ਉਹ ਕਹਿੰਦੇ ਕਿ ਨਿਮਰਤਾ ਜਿਹੜੀ ਹੈ ਨਾ, ਨਿਮਰਤਾ ਤੁਹਾਡੇ ਅੰਦਰੋਂ ਹੋਣੀ ਚਾਹੀਦੀ ਆ, ਬਾਹਰੀ ਨਿਮਰਤਾ ਨਹੀਂ। ਮੈਂ ਜੀ ਗਰੀਬ ਆ ਜੀ, ਮੈਂ ਤੁਹਾਡੇ ਪੈਰਾਂ ਦੀ ਧੂੜ ਆ, ਏਦਾਂ ਕਹਿਣ ਦੇ ਨਾਲ ਨਿਮਰਤਾ ਨਹੀਂ ਜੇ ਹੈਗੀ। ਨਿਮਰਤਾ ਦਾ ਮਤਲਬ ਇਹੋ ਹੀ ਆ ਕਿ ਨਿਮਰਤਾ ਇੱਕ ਗੁਣ ਆ। ਨਿਮਰਤਾ ਦਾ ਮਤਲਬ ਹੁੰਦਾ ਹੈ ਕਿ ਬੰਦੇ ਕੋ ਹੈ ਚੀਜ਼, ਔਰ ਬੰਦਾ ਸ਼ੋਅ ਆਫ ਨਹੀਂ ਕਰਦਾ, ਇੱਕਦਮ ਮੈਂ ਸ਼ਾਂਤੀ ਨਾਲ ਬੈਠ। ਤੇ ਉਹਨਾਂ ਨੂੰ ਕਹਿ ਦਿਓ ਗੋਰਖੀ ਸਾਹਿਬ, ਜਿਹੜੇ ਕਹਿੰਦੇ ਆ ਅਸੀਂ ਜੀ ਦਾਸ ਆ, ਸੰਗਤ ਦੇ ਦਾਸ ਆ, ਚਰਨਾਂ ਦੀ ਧੂੜ ਆ, ਉਹਨਾਂ ਨੂੰ ਕਹੋ ਵੀ ਉਹ ਜੋੜੇ ਮੇਰੇ ਪਏ ਜਰਾ ਸਾਫ਼ ਕਰਕੇ ਲਿਆਈ ਉਰੇ। ਉਹ ਕਹੂਗਾ ਮੈਂ ਤਾਂ ਜਿਹੜਾ ਹੈ ਵੀਰ ਜੀ ਮਸਕੀਨ ਜੀ ਵੀ ਕਹਿੰਦੇ ਹੁੰਦੇ ਸੀ, ਮਸਕੀਨ ਜੀ ਕਹਿੰਦੇ ਮੈਂ ਸੰਗਤ ਚ ਸੀ ਕੋਈ ਬੰਦਾ, ਉਹ ਕਹਿੰਦੇ ਜੀ ਮੈਂ ਤੁਹਾਡੇ ਚਰਨਾਂ ਦੀ ਧੂੜ, ਕਹਿੰਦੇ ਮੈਨੂੰ ਕਹਿੰਦਾ ਹਾਂ ਵੀ ਫਿਰ ਤੂੰ ਚਰਨਾਂ ਦੀ ਧੂੜ ਹੈ, ਫਿਰ ਆ ਜਾ। ਤੇ ਉਹ ਕਹਿੰਦੇ ਫਿਰ ਕਹਿੰਦੇ ਉਹਦਾ ਕ੍ਰੋਧ ਪ੍ਰਗਟ ਹੋ ਗਿਆ, ਕਹਿੰਦੇ ਹਾਂ ਚਰਨਾਂ ਦੀ ਧੂੜ। ਉਹ ਕਹਿੰਦਾ ਮੈਂ ਜਿਹੜਾ ਹੈਗਾ ਤੁਹਾਡੇ ਨਾਲ ਨਿਮਰਤਾ ਨਾਲ ਪੇਸ਼ ਆ ਰਿਹਾ, ਤੁਸੀਂ ਤਾਂ ਸਿਰ ਤੇ ਹੀ ਚੜੀ ਜਾ ਰਹੇ ਹੋ। ਉਹ ਗੱਲਾਂ ਹੁੰਦੀਆਂ ਨੇ ਕਈ ਵਾਰੀ। ਵੈਸੇ ਏਦਾਂ ਬੰਦਾ ਕਹਿੰਦਾ ਮੈਂ ਤੁਹਾਡੇ ਪੈਰਾਂ ਦੀ ਧੂੜ ਕਹਿੰਦੇ ਤੂੰ ਪੈਰਾਂ ਦੀ ਨਹੀਂ, ਤੂੰ ਸਿਰ ਦੀ ਧੂੜ ਹੈ। ਤੇ ਉਹ ਗੱਲ ਤੇ ਉਹ ਬੰਦੇ ਨੂੰ ਚੁੱਭਦੀ ਮੁੜ ਕੇ। ਨਿਮਰਤਾ ਅੰਦਰੋਂ ਪੈਦਾ ਨਹੀਂ ਨਾ ਹੋਈ, ਬਾਹਰੋਂ ਨਿਮਰਤਾ ਹੋਈ। ਔਰ ਬਾਹਰੋਂ ਫਿਰ ਜਦੋਂ ਕੋਈ ਚੀਜ਼ ਆਪਾਂ ਪਾਈ ਆ, ਉਹ ਤੇ ਕੱਪੜੇ ਨਾ, ਉਹ ਮੇਰੇ ਅੰਦਰੋਂ ਤੇ ਨਹੀਂ, ਮੈਂ ਤੇ ਨਹੀਂ ਪਾਇਆ ਨਾ ਮੈਂ ਤੇ ਕੁਛ। ਹਾਂ, ਉਹ ਨਿਕਲ ਜਾਣੀ ਨਿਮਰਤਾ ਜਦ ਅੰਦਰੋਂ ਜਿਹੜੀ ਹੈ ਚੇਂ ਜਿਹੜੀ ਹੈ ਨਾ, ਤੋਤਾ ਅੰਦਰੋਂ ਬੋਲਿਆ ਨਾ, ਫਿਰ ਅਸਲੀ ਆਵਾਜ਼ ਚ ਉਹ ਨਿਕਲ ਜਾਣੀ, ਦੂਰ ਹੋ ਜਾਣੀ। ਨਹੀਂ ਹਾਂਜੀ ਹਾਂ
ਹਾਂ, ਉਹ ਜਿੱਦਾਂ ਮੇਕਅਪ ਕੀਤਾ ਹੁੰਦਾ, ਜਦੋਂ ਮੀਂਹ ਪੈਂਦਾ ਨਿੱਜਾ ਸਾਹਿਬ ਤੇ ਉਤਰ ਹੀ ਜਾਂਦਾ, ਮੁੜ ਕੇ ਬੀਬੀ ਦਾ ਅਸਲੀ ਚਿਹਰਾ ਸਾਹਮਣੇ ਆ ਜਾਂਦਾ। ਬਿਲਕੁਲ ਸਹੀ ਗੱਲ ਹੈ। ਹਨਾ, ਉਹ ਗੱਲ ਹੈਗੀ ਆ। ਇਸੇ ਤਰ੍ਹਾਂ ਕਈ ਲੋਕ ਜਿਹੜੇ ਬਾਹਰੋਂ ਉਹ ਮੇਕਅਪ ਲਾ ਲੈਂਦੇ ਨੇ, ਆਪਣੇ ਆਪ ਨੂੰ ਸ਼ਿੰਗਾਰ ਲੈਂਦੇ ਨੇ, ਤੇ ਉਹ ਫਿਰ ਅਸਲ ਚ ਤੇ ਗੁਣ ਪੈਦਾ ਨਹੀਂ ਨਾ ਹੋਇਆ, ਉਹ ਤੇ ਬਾਹਰੋਂ ਲਾਇਆ ਨਕਲੀ ਫੁੱਲ, ਇੱਥੋਂ ਬਾਜ਼ਾਰੋਂ ਖਰੀਦ ਕੇ ਲੈ ਆਓ, ਉਹ ਚ ਕੋਈ ਮਹਿਕ ਥੋੜੀ ਹੋਣੀ। ਕੋਈ ਵੀ ਗੁਣ ਹੈ ਨਾ, ਦੇਖੋ ਉਹ ਮਨ ਮੈਲੇ ਤੇ ਸਭ ਕੁਝ ਮੈਲਾ। ਬਿਲਕੁਲ ਸਹੀ ਗੱਲ ਹੈ। ਹੁਣ ਜੇ ਮਨ ਚ ਨਿਮਰਤਾ ਆ ਗਈ ਨਾ, ਤੇ ਉਹ ਨਿਮਰਤਾ, ਤੇ ਜੇ ਆਪਾਂ ਬੁੱਧੀ ਨਾਲ ਚਲਾਕੀ ਕਰਦੇ ਆ, ਆਪਾਂ ਚਲਾਕ ਬਣ ਕੇ ਉਹਨੂੰ ਐਜ਼ ਏ ਜਸਟ ਇੱਕ ਡੈਕੋਰੇਸ਼ਨ ਦੇ ਲਈ ਚੰਗਾ ਲੱਗਦਾ ਕਿ ਬੰਦਾ ਬੜਾ ਨਿਮਰ ਆ, ਆਓ ਜੀ ਵੀਰ ਜੀ ਬੈਠੋ, ਤੁਸੀਂ ਬਹੁਤ ਚੰਗਾ ਕੀਤਾ। ਉਹ ਮਿੱਠੀ ਜ਼ੁਬਾਨ ਤੇ ਬਹੁਤ ਵਧੀਆ, ਪਰ ਕਹਿੰਦੇ ਆ ਕਿ ਤੂੰ ਕਿਤੇ ਅੰਦਰ ਜੋ ਤੂੰ ਹੈਗਾ ਉਹਦੇ ਉਲਟ ਤੇ ਨਹੀਂ ਕੁਝ ਪ੍ਰਗਟ ਕਰ ਰਿਹਾ। ਇਹ ਨਿਮਰਤਾ ਤਾਂ ਗੁਰਕੀ ਸਾਹਿਬ ਇਹ ਗੋਰਿਆਂ ਦੇ ਵਿੱਚ ਬਹੁਤ ਜ਼ਿਆਦਾ ਹੁੰਦੀ ਹੈ। ਇੰਨੇ ਐਟੀਕੇਟਸ ਹੈ, ਇੰਨੇ ਨਿਮਰਤਾ ਤਾਂ ਦੇਖ ਲਓ ਤੇ ਅੰਤ ਹੀ ਕਰ ਦਿੰਦੇ ਇਹ ਲੋਕ। ਪਰ ਇਹ ਜਿਹੜਾ ਇੰਨੇ ਜ਼ਿਆਦਾ ਭਰੇ ਹੁੰਦੇ ਆ ਨਾ, ਮਾੜਾ ਜਿਹਾ ਕਿਤੇ ਇਹਨਾਂ ਨੂੰ ਕਿਸੇ ਤਰੀਕੇ ਨਾਲ ਕੁਛ ਜਿਹੜਾ ਹੈ ਹੋ ਜੇ, ਉਸੇ ਵੇਲੇ ਇਹਨਾਂ ਨੇ ਤਾਂ ਬਸ ਸ਼ੂਟ ਕਰ ਦਿੰਦੇ ਬੰਦੇ ਨੂੰ। ਹਾਂ, ਉਹ ਮੁੜ ਕੇ ਨਿੱਜਾ ਸਭ ਅੰਦਰੋਂ ਜਿਹੜਾ ਉਹ ਹੈਗਾ ਵਾ ਉਹ ਪ੍ਰਗਟ ਹੋ ਜਾਂਦਾ। ਫਿਰ ਉਹ ਬਾਅਦ ਦੇ ਵਿੱਚ ਉਹ ਜਿਹੜਾ ਜੀਵਨ ਆ ਉਹਦਾ ਆਪਾਂ ਨੂੰ ਜ਼ਿਆਦਾ ਫਾਇਦਾ ਨਹੀਂ ਆ। ਹਾਂ, ਲੋਕੀ ਸਾਨੂੰ ਲਾਈਕ ਕਰਨਗੇ, ਲੋਕੀ ਬਹੁਤ ਪਸੰਦ ਕਰਨਗੇ। ਨਾਲੇ ਸਾਡੇ ਇਹ ਤਾਂ ਫੁੱਲ ਦਾ ਸੁਭਾਅ ਹੈ ਖੁਸ਼ਬੂ ਦੇਣਾ। ਉਹ ਕਹਿਣ ਨਾਲ ਥੋੜੀ ਉਹ ਕਹਿੰਦੇ ਮੇਰੇ ਤੋਂ ਖੁਸ਼ਬੂ, ਮੇਰੇ ਚ ਖੁਸ਼ਬੂ ਹੈ, ਉਹਦੀ ਤਾਂ ਸੁਭਾਅ ਹੈ ਉਹਦਾ। ਹਾਂ, ਉਹਦੀ ਉਹ ਤਾਂ ਬਾਈ, ਹਾਂ ਉਹ ਤਾਂ ਮਤਲਬ ਉਹਦਾ ਮੁੱਢ ਕਦੀਮੀ ਸੁਭਾਅ ਹੈ ਉਹਦਾ। ਇਸ ਲਈ ਉਹ ਤਾਂ ਜਦੋਂ ਆਪਣੇ ਆਪ ਅੰਦਰੋਂ ਪ੍ਰਗਟ ਹੋਊਗਾ ਤਾਂ ਆਪੇ ਪਤਾ ਲੱਗ ਜਾਣਾ ਫੁੱਲ ਦੇ ਅੰਦਰੋਂ ਅੰਦਰ ਖੁਸ਼ਬੂ ਹੈ ਕਿ ਨਹੀਂ ਹੈ। ਮੈਂ ਨਾ ਇੱਕ ਵਾਰੀ ਜਿਹੜਾ ਨਾ ਇੱਕ ਜਗ੍ਹਾ ਤੇ 4 ਜਾਂ 5 ਰਸਤੇ ਸੀਗੇ, ਉੱਥੇ ਖੜਾ ਸੀਗਾ ਤੇ ਗੱਡੀ, ਮਤਲਬ ਮੈਂ ਇੱਥੇ ਇਹ ਰੂਲ ਆ ਵੀ ਜਿਹੜਾ ਪਹਿਲਾਂ ਆਇਆ ਉਹ ਪਹਿਲਾਂ ਜਾਊਗਾ, ਦੇ ਸੈਕਿੰਡ ਆਇਆ ਸੈਕਿੰਡ ਜਾਊਗਾ ਆਪਣੇ ਆਪ। ਤੇ ਇੱਕ ਮੋਟਰਸਾਈਕਲ ਜਿਹੜਾ ਸੀਗਾ ਕਿਸੇ ਇੱਕ ਉਹ ਰਸਤੇ ਤੇ, ਉਹ ਵੀ ਮੋਟਰਸਾਈਕਲ ਵੀ ਖੜਾ ਸੀਗਾ ਉੱਥੇ, ਤੇ ਮੈਂ ਮੋਟਰਸਾਈਕਲ ਨਹੀਂ ਦੇਖ ਪਾਇਆ, ਮੈਂ ਚੱਲ ਪਿਆ। ਤੇ ਬਸ ਉਹ ਮੋਟਰਸਾਈਕਲ ਵਾਲਾ ਆ ਕੇ ਤੇ ਸਾਹਮਣੇ ਮੇਰੇ ਉਹਨੇ ਗੱਡੀ ਦੇ ਅੱਗੇ ਮੋਟਰਸਾਈਕਲ ਲਾ ਲਿਆ। ਕਹਿੰਦੇ ਤੂੰ ਚੱਲਿਆ ਕਿਵੇਂ, ਨੰਬਰ ਤਾਂ ਮੇਰਾ ਸੀਗਾ। ਹਾਂਜੀ ਗੱਲ ਤੇ ਸਹੀ ਹੈ। ਅੱਛਾ ਠੀਕ ਹੈ ਨਿੱਜਾ ਸਾਹਿਬ, ਅੱਗੇ ਚਲੀਏ। ਹਾਂਜੀ, ਤੇ जब ही सियार सिंह को कहाए फूल रही सगली बन राए जीतो बूढ़े हारो तिरै। बस ਕਹਿੰਦੇ ਜਿਹੜਾ ਜਿੱਤ ਗਿਆ, ਆਪਣੇ ਆਪ ਨੂੰ ਸਮਝ ਰਿਹਾ ਸੰਸਾਰ ਦੇ ਵਿੱਚ ਹਉਮੈ ਦੇ ਨਾਲ, ਕਹਿੰਦਾ ਜਿਹੜਾ ਜਿੱਤ ਗਿਆ ਤੇ ਭਾਈ ਉਹ ਡੁੱਬ ਗਿਆ, ਉਹ ਡੁੱਬਿਆ ਹੋਇਆ ਭਾਈ। ਤੇ ਜਿਹੜਾ ਹਾਰ ਗਿਆ, ਜਿਹਨੇ ਆਪਣੀ ਹਉਮੈ ਛੱਡ ਦਿੱਤੀ, ਕਹਿੰਦੇ ਉਹ ਤੈਰਨ ਲੱਗ ਪਿਆ ਭਾਈ, ਤਿਰ ਗਿਆ, ਸੰਸਾਰ ਸਮੁੰਦਰ ਤੋਂ ਪਾਰ ਜਾਏਗਾ, ਗੁਰ ਪ੍ਰਸਾਦੀ ਪਾਰ ਉਤਰੇ। ਇੱਥੇ ਆ ਦੇਖ ਲਓ, ਫਿਰ ਆ ਗਿਆ ਜਿਹੜਾ ਤੁਸੀਂ ਕਹਿ ਰਹੇ ਹੋ, ਜਿਹੜਾ ਸਹੀ ਗੱਲ ਆ ਬਈ ਧਿਆਨ ਸਿਮਰਨ ਦੇ ਬਗੈਰ ਹਉਮੈ ਹੋਣੀ ਨਹੀਂ ਆ। ਗੁਰ ਪ੍ਰਸਾਦੀ ਪਾਰ ਉੱਤੇ ਆ, ਗੁਰੂ ਦਾ ਪ੍ਰਸਾਦ ਲੈਣਾ ਪਊਗਾ, ਧਿਆਨ ਸਿਮਰਨ ਕਰਨਾ ਪਊਗਾ। ਦਾਸ ਕਬੀਰ ਕਹੇ ਸਮਝਾਏ ਕੇਵਲ ਰਾਮ ਰਹੋ ਲਿਵ ਲਾਏ। ਕਬੀਰ ਜੀ ਕਹਿੰਦੇ ਭਾਈ ਮੈਂ ਬਾਰ-ਬਾਰ ਸਮਝਾ ਰਿਹਾ ਆ, ਧਿਆਨ ਸਿਮਰਨ ਕਰੋ ਪਿਆਰਿਓ, ਇਹਦੇ ਨਾਲ ਹੀ ਹਉਮੈ ਜਾਏਗੀ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਫਿਰ ਉਹ ਕਹਿ ਰਹੇ ਨੇ ਕਿ ਜੀਤੋ ਬੁੱਢੇ ਹਾਰੇ ਤਰੇ, ਹਾਰੋ ਤੇਰੇ। ਹਾਂ, ਜਿਹੜਾ ਬੰਦਾ ਜਿੱਤਦਾ ਹੈ ਉਹ ਡੁੱਬ ਜਾਂਦਾ ਹੈ, ਤੇ ਜਿਹੜਾ ਹਾਰਦਾ ਹੈ ਉਹ ਤੈਰ ਜਾਂਦਾ ਹੈ। ਤੈਰ ਦਾ ਮਤਲਬ ਇਹ ਨਹੀਂ ਕਿ ਹਾਰਨ ਦਾ ਮਤਲਬ ਇਹੋ ਲਿਖਿਆ ਕਿ ਆਪਣੀ ਹਉਮੈ ਨੂੰ ਹਾਰਨਾ। ਜਿਹੜਾ ਮਤਲਬ ਆਪਣੇ ਆਪ ਨੂੰ ਉਸ ਦੋਸ਼ ਤੋਂ ਮੁਕਤ ਕਰਕੇ ਆਪ ਥੱਲੇ ਆ ਜਾਂਦਾ, ਉਹ ਤੈਰਦਾ। ਬਿਲਕੁਲ, ਹਉਮੈ ਨੂੰ ਛੱਡਦਾ ਹੈ ਜਿਹੜਾ ਉਹ। ਹਾਂ, ਤੇ ਜਿਹੜਾ ਹਉਮੈ ਨੂੰ ਪੱਠੇ ਪਾਈ ਜਾਂਦਾ ਉਹ ਫਿਰ ਡੁੱਬ ਜਾਂਦਾ। ਕਹਿੰਦੇ ਬਿਲਕੁਲ ਸਹੀ ਗੱਲ। ਹਾਂ, ਦੋ ਹੀ ਚੀਜ਼ਾਂ। ਫਿਰ ਕਹਿੰਦੇ ਆ ਗੁਰ ਪ੍ਰਸਾਦੀ ਪਾਰ ਉਤਰੇ, ਦਾਸ ਕਬੀਰਾ ਕਹੇ ਸਮਝਾਏ ਕੇਵਲ ਰਾਮ ਰਹੋ ਲਿਵ ਲਾਏ। ਤੇ ਕਹਿੰਦੇ ਆ ਕਿ ਉਹ ਕਹਿੰਦੇ ਕਿ ਦਾਸ ਕਬੀਰ ਸਮਝਾ ਰਿਹਾ ਹੈ ਕਿ ਬੰਦਾ ਤੇ ਉਹੀ ਤੈਰਦਾ ਪਿਆ ਹੈ ਜਾਂ ਪਾਰ ਲੰਘੇਗਾ ਜਿੰਨੇ ਰਾਮ ਦੇ ਨਾਲ ਲਿਵ ਲਾ ਲਈ। ਕਹਿਣ ਤੋਂ ਭਾਵ ਲਿਵ ਦਾ ਮਤਲਬ ਇੱਥੇ ਉਹੀ ਆ ਕਿ ਜਿਹੜਾ ਚਿੱਤ ਸ਼ਾਂਤ ਕਰਕੇ ਤੇ ਰਾਮ ਕਬੀਰਾ ਏਕ ਭੈ ਤੇ ਕੋਈ ਨਾ ਸਕੇ। ਜਿਹੜਾ ਸ਼ਾਂਤ ਹੋ ਗਿਆ ਜੀ, ਉਹੀ ਤੈਰ ਗਿਆ ਜੇ, ਉਹੀ ਪਾਰ ਲੰਘ ਗਿਆ ਵਾ। ਤੇ ਬਾਕੀ ਜਿਹੜਾ ਸਮਝ ਲਓ ਕਿ ਮੈਂ ਭਾਵ ਚ ਘੁੰਮ ਰਿਹਾ, ਵਿਚਾਰਾਂ ਚ ਘੁੰਮ ਰਿਹਾ। ਲਿਵ ਦਾ ਮਤਲਬ ਕੀ, ਫਲਾਣੇ ਕਹਿੰਦੇ ਤੇਰੀ ਲਿਵ ਲੱਗ ਗਈ। ਉਹ ਬੰਦਾ ਆਤਮਾ ਤੱਤ ਚ ਜਿਹਦੀ ਲਿਵ ਲੱਗ ਗਈ ਆ,
ਉਹੀ ਬੰਦਾ ਸਮਝ ਲਓ ਕਿ ਤੈਰ ਰਿਹਾ ਹੈ, ਤੇ ਬਾਕੀ ਜਿਹੜੇ ਵੀ ਹੈਗੇ ਨੇ ਭਾਵੇਂ ਕੋਈ ਕਿੱਥੇ ਮਰਜੀ ਬੈਠਾ ਉਹ ਸਾਰੇ ਡੁੱਬ ਰਹੇ ਆ। ਇੱਕ ਬੰਦਾ ਤੈਰ ਰਿਹਾ ਵਾ ਜਿਹਨੇ ਆਪਣੀ ਲਿਵ ਇਸ ਮਾਇਆ ਤੋਂ ਤੋੜ ਕੇ, ਕਹਿਣ ਤੋਂ ਭਾਵ ਵਿਚਾਰਾਂ ਤੋਂ ਤੋੜ ਕੇ ਨਿਰਵਿਚਾਰ ਆਤਮਾ ਚਲਾ ਲਈ ਹੈ, ਉਹ ਬੰਦਾ ਤੈਰ ਰਿਹਾ ਜੀ, ਤੇ ਬਾਕੀ ਜਿਹੜੇ ਵੀ ਆ ਉਹ ਡੁੱਬ ਰਹੇ। ਮੈਂ ਮੇਰੀ ਤੋਂ ਤੋੜ ਕੇ ਹਾਂ ਬਸ ਮੈਂ ਨਿੱਜਰ ਸਾਹਿਬ ਜਦੋਂ ਤੁਸੀਂ ਵਿਚਾਰਾਂ ਤੋਂ ਤੋੜ ਲਈ ਨਾ, ਮੈਂ ਹੈ ਹੀ ਨਹੀਂ ਆ। ਹਾਂ ਬਸ ਆਹੀ ਹੈ, ਮੈਂ ਤੇ ਵਿਚਾਰਾਂ ਦੀ ਹੁੰਦੀ, ਹੋਰ ਕੀ। ਬਿਲਕੁਲ। ਤੁਸੀਂ ਇੱਥੇ ਮੈਂ ਤੁਹਾਡੇ ਘਰ ਆਇਆ ਜਾਂ ਤੁਸੀਂ ਮੇਰੇ ਘਰ ਆਏ, ਮੈਂ ਤੁਹਾਡਾ ਬੜਾ ਮਾਣ ਕੀਤਾ, ਤੁਹਾਡੀ ਹਉਮੈ ਨੂੰ ਪੱਠੇ ਪਾਤੇ ਆ, ਸਮਝ ਲਓ ਕਿ ਜਾਂ ਤੁਸੀਂ ਮੇਰੀ ਹਉਮੈ ਨੂੰ ਪੱਠੇ ਪਾਤੇ ਆ, ਤੇ ਮੈਂ ਕਹਿਣਾ ਜੀ ਬੜਾ ਵਧੀਆ ਨਿੱਜਰ ਸਾਹਿਬ, ਤੁਸੀਂ ਆਏ ਮੈਨੂੰ ਕਵਾਇਆ ਨਹੀਂ, ਉੱਤੇ ਬਹਿ ਗਏ। ਤੁਸੀਂ ਮੈਨੂੰ ਉਹ ਮਾਲਿਸ਼ ਨਹੀਂ ਕੀਤੀ, ਮੰਨ ਲਓ ਮੈਂ ਕਹਿਣਾ ਨਿੱਜਰ ਸਾਹਿਬ ਬੰਦਾ ਠੀਕ ਨਹੀਂ ਹੈਗਾ। ਬਿਲਕੁਲ। ਪੱਠੇ ਨਹੀਂ ਨਾ ਪਏ ਮੈਨੂੰ, ਹਰੇ ਪੱਠੇ, ਮੈਨੂੰ ਹਰੇ ਪੱਠੇ ਪਾ ਦੋ ਤੇ ਮੈਨੇਜਰ ਸਾਹਿਬ ਨਾਲ ਦਾ ਬੰਦਾ ਕੋਈ ਨਹੀਂ ਹੈਗਾ। ਮੈਂ ਫਿਰ ਤਾਰੀਫਾਂ ਕਰਨੀ ਆ ਕਿ ਤੁਸੀਂ ਮੇਰੇ ਹੰਕਾਰ ਨੂੰ ਮਾਲਿਸ਼ ਕਰਤੀ। ਔਰ ਇਸੇ ਤਰ੍ਹਾਂ ਹੀ ਹੁੰਦਾ ਵਾ, ਜਦੋਂ ਸਾਡੀ ਜਿੱਥੇ ਮਾਲਿਸ਼ ਹੁੰਦੀ ਆ ਅਸੀਂ ਉੱਥੇ ਭੱਜੇ ਜਾਂਦੇ ਆ, ਤੇ ਜਿੱਥੇ ਸਾਡੀ ਮਾਲਿਸ਼ ਨਹੀਂ ਹੁੰਦੀ ਅਸੀਂ ਉਹ ਬੰਦੇ ਦੇ ਲਾਗ ਦੇ ਖਲੋਦੇ ਨਹੀਂ, ਉੱਥੋਂ ਭੱਜ ਜਾਂਦੇ ਆ। ਇਹ ਬੰਦੇ ਦੀ ਫਿਤਰਤ ਹੁੰਦੀ ਆ। ਤੁਸੀਂ ਵੇਖੋ ਮੋਸਟਲੀ ਬੰਦੇ ਦੀ ਉਹ ਬੰਦਿਆਂ ਨਾਲ ਯਾਰੀ ਹੁੰਦੀ ਆ ਜਿੱਥੇ ਉਹਦੀ ਹਉਮੈ ਨੂੰ ਪੱਠੇ ਪੈਂਦੇ। ਜੋ ਲਾਈਕ ਕਰਦਾ ਨਾ, ਤਾਰੀਫ ਸੁਣਨੀ ਕਿਹਨੂੰ ਨੀ ਚੰਗੀ ਲੱਗਦੀ। ਤੁਸੀਂ ਤਾਰੀਫ ਕਰੋ ਕਿਸੇ ਵੀ ਬੰਦੇ ਦੀ, ਉਹ ਕਿਦਾਂ ਉਹਦਾ ਲੱਕ ਵੇਖੋ ਇੱਕਦਮ ਸਿੱਧਾ ਹੋ ਜਾਂਦਾ। ਤੁਸੀਂ ਮਾੜੀ ਮਾੜੀ ਤਾਰੀਫ ਕਰੀ ਜਾਓਗੇ ਨਾ ਨਿੱਜਰ ਸਾਹਿਬ, ਮੇਰੇ ਵਰਗੇ ਦੇ ਇਹ ਲੱਕ ਜਿਹਾ ਨਾ ਵਿੰਗਾ ਜਿਹਾ ਹੁੰਦਾ। ਪਹਿਲਾਂ ਮੈਂ ਝੁਕਿਆ ਜਿਹਾ ਬੈਠਾ ਹੁੰਦਾ, ਤੁਸੀਂ ਦੋ ਕੁ ਮੇਰੀਆਂ ਗੱਲਾਂ ਕਹਿਤੀਆਂ ਨਾ ਕਿ ਚਰਨਜੀਤ ਬੜਾ ਦਾਨੀ ਆ, ਭਾਵੇਂ ਮੈਂ ਦੁੱਖੀ ਦਾ ਦਾਨ ਨਾ ਕੀਤਾ ਹੋਵੇ, ਮੇਰਾ ਲੱਕ ਇੱਕਦਮ ਚਿਪਣ ਕੇ ਜਾਣ ਨਾਲ ਹੀ ਮੇਰੇ ਕੰਨ ਖੜੇ ਹੋਏ ਨੇ। ਫਿਰ ਤੁਸੀਂ ਦੋ ਹੋਰ ਤਾਰੀਫਾਂ ਕਰਤੀਆਂ, ਮੇਰੀ ਛਾਤੀ ਥੋੜੀ ਜਿਹੀ ਬਾਹਰ ਆ ਜਾਣੀ ਆ। ਤਾਰੀਫ ਸੁਣਨੀ ਕਿਹਨੂੰ ਚੰਗੀ ਨਹੀਂ ਲੱਗਦੀ, ਹਰ ਕੋਈ ਚਾਹੁੰਦਾ। ਪਰ ਪੰਗਾ ਤੇ ਇਹ ਆ ਕਿ ਤਾਰੀਫ ਫੋਕੀ ਕਰਨ ਦਾ ਫਾਇਦਾ ਕੋਈ ਨਹੀਂ ਜੇ ਗੁਣ ਨਹੀਂ ਹੈਗਾ। ਜਦੋਂ ਗੁਣ ਤੁਹਾਡੇ ਅੰਦਰ ਹੈਗਾ, ਫਿਰ ਗੁਰੂ ਨਾਨਕ ਪਾਤਸ਼ਾਹ ਨੇ ਇਹ ਚੀਜ਼ ਨੂੰ ਗੱਲ ਚੰਗੀ ਤਰ੍ਹਾਂ ਸਮਝਾਇਆ। ਕੋਈ ਕਹਿੰਦਾ ਪੂਤਨਾ, ਕੋਈ ਕਹਿੰਦਾ ਪਿਤਾਲਾ, ਕੋਈ ਕਹਿੰਦਾ ਬੁਰਾਈਆ। ਉਹ ਕਹਿੰਦੇ ਮੈਨੂੰ ਪਤਾ ਮੈਂ ਕੀ ਹਾਂ। ਤੁਹਾਡੀ ਸਟੇਟਮੈਂਟ ਦੇ ਨਾਲ ਮੇਰਾ ਅੰਤਰਾਕਰਨ ਦਾ ਮੇਰੀ ਕੀ ਅਵਸਥਾ ਹੈ ਉਹ ਡਿਪੈਂਡੈਂਟ ਨਹੀਂ ਹੈ, ਪਰ ਮੈਨੂੰ ਪਤਾ ਮੈਂ ਅੰਦਰੋਂ ਕੀ ਹਾਂ। ਪਰ ਆਪਾਂ ਸੰਸਾਰੀ ਹਾਂ, ਆਪਾਂ ਏਦਾਂ ਦੀ ਬੁੱਧੀ ਦੇ ਮਾਲਕ ਆ। ਆਪਾਂ ਨੂੰ ਜਦ ਤੱਕ ਕੋਈ ਤਾਰੀਫ ਨਹੀਂ ਨਾ ਕਰਦਾ ਕਿ ਚਰਨਜੀਤ ਤੇਰੇ ਕੱਪੜੇ ਬੜੇ ਵਧੀਆ, ਤੇਰੇ ਬੂਟ ਬੜੇ ਵਧੀਆ, ਉਹਨਾਂ ਚਿਰ ਤੱਕ ਸਾਨੂੰ ਚੈਨ ਨਹੀਂ ਹੁੰਦਾ। ਬਿਲਕੁਲ। ਤੁਸੀਂ ਮਕਾਨ ਬਣਾ ਕੇ ਵੇਖ ਲਓ, ਤੁਸੀਂ ਮਕਾਨ ਬਣਾਇਆ ਨਾ, ਤੁਹਾਨੂੰ ਮਾਸਾ ਖੁਸ਼ੀ ਨਹੀਂ ਲੱਗਣੀ। ਹਾਂ ਦੋਵਾਂ ਚੌਹਾਂ ਨੇ ਆ ਕੇ ਕਹਿ ਤੇਰਾ ਰੰਗ ਬੜਾ ਵਧੀਆ ਮਾਰਿਆ, ਉਹ ਬੂਹਾ ਬੜਾ ਵਧੀਆ ਮਾਰਿਆ, ਤੁਹਾਡਾ ਵੇਖੋ ਲੱਗ ਕਿੱਦਾਂ ਸਿੱਧਾ ਹੁੰਦਾ, ਤੁਹਾਨੂੰ ਚੰਗਾ ਲੱਗਣਾ। ਤੁਸੀਂ ਕਹਿਣਾ 25-30 ਲੱਖ 50 ਲੱਖ ਲਾਇਆ ਨਾ, ਹੁਣ ਇਹਦਾ ਮੁੱਲ ਪਿਆ। ਤੇ ਜੇ ਕੋਈ ਤੁਹਾਡੀ ਤਾਰੀਫ ਨਾ ਕੀਤੀ, ਤੁਹਾਨੂੰ ਚੈਨ ਹੀ ਨਹੀਂ ਹੋਣਾ। ਬਿਲਕੁਲ। ਇਹ ਬੰਦੇ ਦੀ ਫਿਤਰਤ, ਬੰਦਾ ਏਦਾਂ ਹੀ ਸੋਚਦਾ। ਤੁਸੀਂ ਜ਼ਿਆਦਾਤਰ ਜਿਹੜੀਆਂ ਚੀਜ਼ਾਂ ਲੈ ਰਹੇ ਜੋ ਨਾ, ਉਹਦੇ ਪਿੱਛੇ ਕਾਰਨ ਹੀ ਇਹੋ ਆ, ਲੋਕਾਂ ਦੀ ਤਾਰੀਫ ਚਾਹੀਦੀ ਹੈ ਤੁਹਾਨੂੰ। ਔਰ ਬਾਣੀ ਕਹਿੰਦੀ ਨਹੀਂ ਤੂੰ ਇਹ ਚੱਕਰ ਚ ਨਾ ਪੈ, ਤੂੰ ਥੋੜਾ ਜਿਹਾ ਪਿੱਛੇ ਆ ਜਾ, ਠੀਕ ਹੈ। ਤੋ ਇੱਥੇ ਤਾਰੀਫ ਦਾ ਮਤਲਬ ਹੀ ਇਹੋ ਹੈ ਕਿ ਉੱਥੇ ਆਪਣੀ ਹਉਮੈ ਫਸੀ ਹੈ ਨਿੱਜਰ ਸਾਹਿਬ। ਹਉਮੈ ਉਹ ਤ੍ਰਿਪਤੀ ਨਹੀਂ ਹੁੰਦੀ ਉਹਨਾਂ ਚਿਰ। ਹੁਣ ਤੁਸੀਂ ਇੱਕ ਮਾੜੀ ਜੀ ਵੱਡੀ ਕਾਰ ਲੈ ਕੇ ਛੋਟੀ ਕਾਰ ਲੈ ਕੇ, ਫਿਰ ਤੁਹਾਡੀ ਕਦੀ ਹਉਮੈ ਆ। ਹਾਂ ਉਹ ਤੋਂ ਵੱਡੀ ਲਓਗੇ ਤੇ ਫਿਰ ਹਉਮੈ ਨੂੰ ਪੱਠੇ ਪੈਂਦੇ ਆ। ਫਿਰ ਤੁਸੀਂ ਕਹੋਗੇ ਹਾਂ ਬਈ ਉਹਦਾ ਰਿਕਾਰਡ ਤੋੜਤਾ। ਤੇ ਲੋਕੀ ਕਿਹੜੇ ਘੱਟ ਨੇ, ਲੋਕੀ ਇਹ ਚੀਜ਼ ਨੂੰ ਤੇ ਵੈਸੇ ਵੀ ਇਹ ਮਾਇਆ ਧਾਰੀ ਸੰਸਾਰ ਆ, ਉਹ ਤਾਰੀਫ ਤੇ ਦਿੰਦਾ ਹੀ ਦਿੰਦਾ ਬੰਦੇ ਨੂੰ ਐ ਮਾਲਿਸ਼ ਕਰਦਾ, ਔਰ ਬੰਦਾ ਹੋਰ ਆਕੜ ਜਾਂਦਾ। ਜਿੰਨਾ ਤੁਸੀਂ ਆਕੜੀ ਜਾਓਗੇ ਤੁਸੀਂ ਉਨੇ ਔਖੇ ਹੋ ਜਾਣਾ। ਠੀਕ ਹੈ ਜੀ, ਬਿਲਕੁਲ। ਅੱਜ ਦੇ ਵਿਚਾਰ ਨਿੱਜਰ ਸਾਹਿਬ ਇੱਥੇ ਸਮਾਪਤ ਕਰਦੀ ਹੈ। ਹਾਂਜੀ ਬਿਲਕੁਲ ਜੀ, ਸ਼ਬਦ ਹੋ ਗਿਆ ਪੂਰਾ। ਗਿਆਨ ਤਾਂ ਅੱਜ ਦਾ ਗਿਆਨ ਤਾਂ ਇੰਨਾ ਜ਼ਬਰਦਸਤ ਹੈ ਕਿ ਬਹੁਤ ਵਧੀਆ ਨੁਕਤਾ ਦਿੱਤਾ ਹੈ ਕਬੀਰ ਜੀ ਨੇ। ਸਲੂਟ ਹੈ ਜੀ, ਬਹੁਤ ਵਧੀਆ ਜੀ। ਹਾਂਜੀ ਹਾਂ ਬਸ ਇਹੋ ਹੀ ਆ ਕਿ ਜੇ ਤੁਸੀਂ ਦੇਖੋ ਜਿਹਦੀ ਜ਼ਿੰਦਗੀ ਚ ਰੱਬ ਹੈਗਾ ਨਾ, ਉਹਨੂੰ ਨਾ ਕਾਮ ਚ ਮੜਦਾ ਜੇ, ਨਾ ਕ੍ਰੋਧ ਚ ਮੜਦਾ ਜੇ, ਨਾ ਲੋਭ ਤੇ ਨਾ ਮੋਹ ਤੇ ਨਾ ਰੱਬ। ਮੈਂ ਇੱਕ ਸਿੰਪਲ ਜੀ ਗੱਲ ਕਰ, ਕੁਛ ਕਰਨ ਦੀ ਲੋੜ ਨਹੀਂ ਹੈ। ਉਹ ਜੇਕਰ ਤੁਹਾਡੀ ਜ਼ਿੰਦਗੀ ਚ ਹੈਗਾ ਨਾ, ਤੇ ਤੁਸੀਂ ਮੁਕਤੀ ਜੋ ਕੁਛ ਨਹੀਂ ਫਰਕ ਪੈਂਦਾ ਹਉਮੈ ਹੈ ਜਾਂ ਨਹੀਂ ਹੈ। ਉਹ ਜਾਣੇ, ਉਹਦਾ ਕੰਮ ਜਾਣੇ। ਤੁਹਾਡੀ ਜ਼ਿੰਦਗੀ ਜੇ ਰੱਬ ਨਾਮ ਦਾ ਸ਼ਬਦ ਹੈਗਾ ਨਾ, ਇੱਕ ਛੋਟਾ ਜਿਹਾ ਸ਼ਬਦ ਰੱਬ, ਤੁਸੀਂ ਜੋ ਮਰਜ਼ੀ ਕਰਕੇ ਦੇਖ ਲਿਓ, ਤੁਹਾਡੇ ਤੋਂ ਸਾਰਾ ਕੁਝ ਚੰਗਾ ਹੀ ਹੋਣਾ ਵਾ। ਅੱਛਾ ਤੁਹਾਡੀ ਜ਼ਿੰਦਗੀ ਚ ਰੱਬ ਨਹੀਂ ਹੈਗਾ, ਫਿਰ ਜੋ ਮਰਜ਼ੀ ਨਾਟਕ ਕਰੀ ਜਾਓ ਉਹ ਕਬੂਲ ਨਹੀਂ ਹੈ। ਬਹੁਤ ਵਧੀਆ, ਬਿਲਕੁਲ ਸਹੀ ਹੈ ਜੀ। ਇੱਕ ਰੱਬ, ਇਕੱਲੇ ਰੱਬ ਦੀ, ਪਰ ਬੰਦਾ ਮੰਨਦਾ ਕਿਤੇ ਰੱਬ ਹੈਗਾ।
ਕੋਈ ਰੱਬ ਨੂੰ ਨਹੀਂ ਮੰਨਦੇ। ਜਿਹੜੇ ਗੁਰਦੁਆਰੇ ਮੰਦਿਰੇ ਚ ਘੁੰਮਦੇ ਆ ਇਹ ਰੱਬ ਨੂੰ ਬਿਲਕੁਲ ਨਹੀਂ ਮੰਨਦੇ। ਬਸ ਉੱਥੇ ਜੇ ਮੰਨਦੇ ਹੋਣ ਤੇ ਇਹ ਆਪਣੇ ਘਰੇ ਕੋ ਨਹੀਂ ਸੁਧਰਦੇ, ਉੱਥੇ ਜਾ ਕੇ ਕਿਉਂ ਨਾਟਕ ਕਰਦੇ ਆ। ਉਹ ਫਿਰ ਉਹ ਕਹਿੰਦੇ ਬਾਹਰੋਂ ਧੋਤੀ ਤੁੰਬੜੀ ਅੰਦਰੋਂ ਵੇਚਨਖੋਰ। ਉੱਥੇ ਜਾ ਕੇ ਬੰਦਾ ਐ ਪੂਰਾ ਕਰਦਾ ਵਾ, ਐਕਟਿੰਗ ਪੂਰੀ ਕਰਦਾ, ਕਿਉਂਕਿ ਉੱਥੇ ਉਹਦੀ ਹਉਮੈ ਨੂੰ ਤ੍ਰਿਪਤੀ ਹੁੰਦੀ। ਤੁਸੀਂ ਵੇਖਿਆ ਨਾ ਸਿਰ ਤੇ ਲੋਕੀ ਕੀ ਕੁਛ ਸਿਰ ਤੇ ਬੰਨੀ ਫਿਰਦੇ, ਕਿੱਦਾਂ ਦੇ ਔਖੇ ਔਖੇ ਕੱਪੜੇ ਪਾਈ ਫਿਰਦੇ। ਪਰ ਇੱਕ ਬੰਦਾ 40-50 ਕਿਲੋ ਦੀ ਪੱਗ ਬੰਨੀ ਫਿਰਦਾ, ਉਹਨੂੰ ਵੀ ਉਹ ਤਾਰੀਫ ਚਾਹੀਦੀ ਆ। ਉਹਨੂੰ ਵੀ ਚਾਹੁੰਦਾ ਕਿ ਮੈਨੂੰ ਲੋਕ ਐਪਰੀਸ਼ੀਏਟ ਕਰਨ। ਇਸੇ ਕਰਕੇ ਉਹਦੇ ਨਾਲ ਫੋਟੋਆਂ ਲਾਉਂਦੇ ਆ। ਉੱਥੇ ਦਰਬਾਰ ਸਾਹਿਬ ਵੇਖੋ ਬਕਰਮਾ ਚ ਆਮ ਹੀ ਘੁੰਮੀ ਜਾਂਦੇ ਨੇ ਲੋਕ। ਬਿਲਕੁਲ। ਕੋਈ ਮੇਰੇ ਨਾਲ ਫੋਟੋ ਲਵਾਵੇ ਕਿ ਮੇਰਾ ਥੋੜਾ ਜਿਹਾ ਹੁੰਦਾ। ਨਿੱਜਰ ਸਾਹਿਬ ਬੜਾ ਕੁਝ ਹੈ, ਇਹ ਬੰਦਾ ਹਉਮੈ ਲਈ ਬਹੁਤ ਕੁਝ ਕਰਦਾ। ਕਈ ਦੇਖੇ ਆ ਗੁਰਕੀ ਸਾਹਿਬ ਜਿਹੜੇ ਸੋ ਕਾਲਡ ਗਿਆਨੀ ਹੁੰਦੇ ਆ, ਮਤਲਬ ਉਹਨਾਂ ਦੇ ਮਹਾਂਪੁਰਖ ਜਿਹੜੇ ਆ ਉਹਨਾਂ ਨਾਲ ਦਰਬਾਰ ਸਾਹਿਬ ਦੀ ਪਰਿਕਰਮਾ ਕਰਦੇ, ਉਹਨਾਂ ਦੇ ਨਾਲ ਚੇਲੇ ਵੀ ਬਿਲਕੁਲ ਸੇਮ ਦੀ ਸੇਮ ਉਸੇ ਤਰੀਕੇ ਨਾਲ ਚੇਲੇ ਕਰਦੇ ਪਰਿਕਰਮਾ। ਮੈਂ ਤਾਂ ਇਹ ਵੀ ਬਥੇਰੇ ਦੇਖੇ ਆ। ਨਿੱਜਾ ਸਾਹਿਬ ਏਦਾਂ ਨਾ ਕਹਿੰਦੇ ਕਿ ਉਹਨੇ ਨਾ ਇੱਕ ਬਾਬਾ ਸੀ ਤੇ ਪਤਾ ਨੀ ਕਿ ਬਾਬੇ ਦੀ ਕਿਤਾਬ ਪੜ੍ਹਦੇ ਜੀਵਨੀ ਦੇ ਵਿੱਚ, ਤੇ ਉਹਨੇ ਸੰਤ ਇਕੱਠੇ ਕਰ ਲਏ ਵਾਹ। ਤੇ ਉਹ ਮੀਟਿੰਗ ਕੀਤੀ ਤੇ ਉਹਦੀ ਕੇਅਰ ਨਿੱਜਰ ਸਾਹਿਬ ਥੋੜੀ ਵੱਡੀ ਸੀ। ਜੇ ਵੀ ਸੰਤ ਕਹਿੰਦੇ ਆ ਕਿ ਇਹਨੇ ਆਪਣੇ ਲਈ ਵੱਡੀ ਕੋਈ ਕੇਅਰ ਲਈ ਹੈ, ਅਸੀਂ ਛੋਟੇ ਆ। ਇਹ ਵੇਖ ਲਓ ਇਹ ਬੰਦੇ ਦੀ ਹਉਮੈ ਕਿੱਥੇ ਕਿੱਥੇ ਪ੍ਰਗਟ ਹੁੰਦੀ ਆ। ਅਸਲ ਚ ਤੇ ਉਹਨੂੰ ਵੀ ਛੋਟੀ ਕੇਅਰ ਲਿਆਉਣੀ ਚਾਹੀਦੀ, ਜਾਂ ਤੇ ਸਾਰਿਆਂ ਨਾਲ ਦੀਆਂ ਹੁੰਦੀਆਂ, ਜਾਂ ਸਾਰਿਆਂ ਦੀ ਵੱਡੀ ਹੁੰਦੀਆਂ, ਜਾਂ ਸਾਰਿਆਂ ਦੀ ਛੋਟੀਆਂ ਹੁੰਦੀਆਂ, ਦੂਜੀਆਂ ਦੀਆਂ ਛੋਟੀਆਂ। ਤੇ ਇਹ ਹੁਣ ਵੱਡੀ ਕੇਅਰ ਤੇ ਕਿਹੜਾ ਪਵੇ। ਹੁਣ ਕਈ ਵੇਖੋ ਸਟੇਜਾਂ ਤੇ ਬਹਿਣ ਤੋਂ ਲੜ ਪੈਂਦੇ ਨੇ। ਕਾਰਨ ਕੀ ਆ? ਉਹ ਹਰ ਕੋਈ ਚਾਹੁੰਦਾ ਕਿ ਮੈਂ ਸਪੈਸ਼ਲ ਹਾਂ। ਫਿਰ ਸਪੈਸ਼ਲ ਜਦੋਂ ਬੰਦਾ ਬਣਨ ਦੀ ਕੋਸ਼ਿਸ਼ ਕਰਦਾ ਤਾਂ ਫਿਰ ਤਾਂ ਤੁਹਾਨੂੰ ਪਤਾ ਹੀ ਹੈ, ਫਿਰ ਉਹ ਫਿਰ ਗਲਤ ਤਰੀਕੇ ਨਾਲ ਵੀ ਸਪੈਸ਼ਲ ਬਣੂਗਾ। ਫਿਰ ਉਹਨੂੰ ਜੇ ਸਹੀ ਤਰੀਕੇ ਨਹੀਂ ਬਣਦਾ। ਇਹ ਗੱਲ ਬਾਤ ਹੈ। ਠੀਕ ਹੈ ਜੀ ਨਿੱਜਰ ਸਾਹਿਬ, ਅੱਜ ਦੀ ਵਿਚਾਰ ਇੱਥੇ ਸਮਾਪਤ ਕਰ। ਹਾਂਜੀ ਵੀਰ ਜੀ, ਇੱਕ ਨਾ ਅਰਦਾਸ ਕਰਨੀ ਸੀਗੀ। ਇੱਕ ਬੀਬੀ ਆਪਣੇ ਆਉਂਦੀ ਆ ਤੇ ਉਹਦੀ ਮਦਰ ਬਹੁਤ ਜ਼ਿਆਦਾ ਢਿੱਲੀ ਆ, ਤੇ ਉਹਦੇ ਵਾਸਤੇ ਅਰਦਾਸ ਕਰਨੀ ਹੈ ਜੀ, ਕਿਉਂਕਿ ਉਹ ਬੀਬੀ ਜਿਹੜੀ ਆ ਉਹ ਇੱਧਰੋਂ ਨਾਗਾ ਪਾਉਣ ਲੱਗ ਗਈ ਹੈ। ਮਾਲਕ ਮਿਹਰ ਕਰੇ ਜੀ। ਹਾਂਜੀ ਵੀਰ ਜੀ। ਕੋਈ ਨਹੀਂ, ਕੋਈ ਕਰ ਦੇਣ। ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮੇਰੇ ਪਿਤਾ ਗਰੀਬ ਨਵਾਜ ਬਾਣੀ ਪੜ੍ਹਦੇ ਆ, ਵਿਚਾਰ ਕਰਦੇ ਆ, ਬਾਣੀ ਸਰਵਣ ਕਰਦੇ ਆ। ਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ, ਗਲਤੀਆਂ ਹੋ ਗਈਆਂ, ਨਿਦਾਨ ਬੱਚੇ ਸਮਝੇ ਮਾਫ ਕਰੋ ਕਿ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ ਮੇਰੇ ਪਿਤਾ। ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ, ਘਰ ਵਿੱਚ ਸੁੱਖ ਸ਼ਾਂਤੀ ਬਖਸ਼ਣੀ, ਨਾਮ ਦਰ ਬਖਸ਼ਣਾ। ਮੇਰੇ ਪਿਤਾ ਦੋ ਅਰਦਾਸਾਂ ਆਈਆਂ ਨੇ। ਇੱਕ ਅਰਦਾਸ ਬੀਤੀ, ਉਹਨਾਂ ਦੀ ਮਾਤਾ ਜੀ ਬਿਮਾਰ ਨੇ, ਆਪ ਉਹਨਾਂ ਨੂੰ ਤੰਦਰੁਸਤੀ ਬਖਸ਼ੋ, ਇਹ ਰੋਗਤਾ ਬਖਸ਼ੋ ਮੇਰੇ ਮਾਲਿਕ। ਇੱਕ ਮੇਰੇ ਪਿਤਾ ਹੋਰ ਅਰਦਾਸ ਆ। ਇੱਕ ਭੈਣ ਜੀ ਅਰਦਾਸ ਕਰਾਉਣਾ ਚਾਹੁੰਦੇ ਨੇ, ਉਹਨਾਂ ਦੇ ਘਰ ਦੇ ਵਿੱਚ ਕੁਛ ਥੋੜਾ ਬਹੁਤ ਲੜਾਈ ਝਗੜਾ ਚੱਲ ਰਿਹਾ ਹੈ। ਆਪ ਉਹਨਾਂ ਦੇ ਪਤੀ ਨੂੰ ਸਮੱਤ ਬਖਸ਼ੋ ਤਾਂ ਜੋ ਉਹ ਜੀਵਨ ਜਿਹੜਾ ਹੋਰ ਚੰਗੇ ਤਰੀਕੇ ਨਾਲ ਚੱਲ ਸਕੇ ਮੇਰੇ ਪਿਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਦਾ ਸੰਗਤ ਦੀ ਚੁੱਪ ਜੋ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।